ਸਾਹਿਬ ਮਹਾਰਾਜ ਜੀ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਿਆਂ ਹੋਇਆਂ ਜੋ ਗੁਰੂ ਸਾਹਿਬ ਮਹਾਰਾਜ ਜੀ ਦਾ ਮਿਸ਼ਨ ਹੈ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ, ਜੋ ਇਹ ਕਲਯੁਗ ਦਾ ਪ੍ਰਭਾਵ ਇਸ ਮਨੁੱਖੀ ਜੀਵਨ ਦੇ ਉੱਪਰ ਪਿਆ ਹੈ, ਇਸ ਕਲਯੁਗੀ ਪ੍ਰਭਾਵ ਤੋਂ ਮਨੁੱਖਤਾ ਨੂੰ ਬਚਾਉਣ ਵਾਸਤੇ, ਇਨਸਾਨੀਅਤ ਨੂੰ ਬਚਾਉਣ ਵਾਸਤੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਸਤਿਗੁਰੂ ਮਹਾਰਾਜ ਜੀ ਇਸੇ ਹੀ ਮਿਸ਼ਨ ਨੂੰ ਲੈ ਕੇ ਬਗਦਾਦ ਦੀ ਧਰਤੀ ਤੇ ਪਹੁੰਚੇ, ਜਿੱਥੇ ਦਾ ਪੀਰ ਦਸਤਗੀਰ ਜਿਨੇ ਇਹ ਪਾਬੰਦੀ ਲਾਈ ਹੋਈ ਹੈ ਕਿ ਕੋਈ ਵੀ ਸੰਗੀਤ ਦੇ ਰਾਹੀਂ, ਸੁਰ ਦੇ ਰਾਹੀਂ ਕੋਈ ਵੀ ਜਿਸ ਬਗਦਾਦ ਦੀ ਧਰਤੀ ਤੇ ਗਾਏਗਾ ਨਹੀਂ। ਔਰ ਦੂਸਰਾ, ਇਸਲਾਮ ਧਰਮ ਦੇ ਮੁਤਾਬਕ ਜੋ ਕੁਰਾਨ ਸ਼ਰੀਫ ਦੇ ਰਾਹੀਂ ਗਿਆਨ ਦਿੱਤਾ ਜਾਂਦਾ ਹੈ ਕਿ 14 ਭਵਨ ਨੇ, 7 ਆਕਾਸ਼ ਔਰ 7 ਪਾਤਾਲ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਥੇ ਆ ਕੇ ਜਦੋਂ ਭਾਈ ਮਰਦਾਨਾ ਜੀ ਨੂੰ ਆਖਿਆ ਰਬਾਬ ਵਜਾਓ, ਔਰ ਰਬਾਬ ਦੇ ਆਸਰੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਗਾਇਆ, ਔਰ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਉੱਚੀ ਸਾਰੀ ਆਵਾਜ਼ ਵਿੱਚ ਬਾਂਗ ਦਿੱਤੀ ਹੈ, ਉਹ ਕੈਸੀ ਇੱਕ ਓੰਕਾਰ ਦੇ ਨਾਮ ਦੀ ਬਾਂਗ ਹੋਏਗੀ ਕਿ ਸੁਨ ਮਨ ਨਗਰੀ ਪਈ, ਪੂਰੀ ਦੀ ਪੂਰੀ ਨਗਰੀ ਹੀ ਸੁਨ ਮਨ ਹੋ ਗਈ। ਔਰ ਦੂਸਰਾ ਮਹਾਰਾਜ ਜੀ ਨੇ ਗਾਇਆ ਪਾਤਾਲਾਂ ਪਾਤਾਲ ਲੱਖ ਆਕਾਸ਼ਾਂ ਆਕਾਸ਼, ਕਿ ਲੱਖਾਂ ਹੀ ਪਾਤਾਲ ਨੇ, ਲੱਖਾਂ ਹੀ ਆਕਾਸ਼ ਨੇ। ਜਦੋਂ ਇਹ ਗਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਪੀਰ ਦਸਤਗੀਰ ਨੂੰ ਪਤਾ ਲੱਗਾ ਕਿ ਜਿਸ ਦਾ ਅੱਜ ਤੱਕ ਸਾਨੂੰ ਗਿਆਨ ਨਹੀਂ ਹੋਇਆ ਕਿ ਕੌਣ ਹੈ ਜਿਹਨੇ ਕੁਫਰ ਤੋਲਿਆ ਹੈ, ਔਰ ਕਿਤੇ ਸੁਰ ਦੇ ਨਾਲ ਗਾਇਨ ਕਰਨ ਤੇ ਪਾਬੰਦੀ ਹੈ, ਔਰ ਕਿਹੜਾ ਹੈ ਜਿਹਨੇ ਕਿਤੇ ਆ ਕੇ ਸੰਗੀਤ ਦੇ ਰਾਹੀਂ ਗਾਇਆ ਹੈ। ਵਿਰੋਧ ਵਿੱਚ ਆਇਆ, ਉਸੇ ਵੇਲੇ ਬਗਦਾਦ ਦੇ ਲੋਕਾਂ ਨੂੰ ਆਖਿਆ ਵੀ ਉਹਨੂੰ ਸਜ਼ਾ ਦਿਓ, ਵੱਟੇ ਮਾਰੋ। ਲੋਕ ਪੀਰ ਦਸਤਗੀਰ ਦੀ ਗੱਲ ਸੁਣ ਕੇ ਦੌੜੇ ਆਏ, ਜਦੋਂ ਹੀ ਵੱਟੇ ਮਾਰਨ ਲੱਗੇ, ਪਰ ਜਿੱਥੇ ਖਲੋਤੇ ਨੇ ਉੱਥੇ ਦੇ ਉੱਥੇ ਹੀ ਖਲੋਤੇ ਰਹਿ ਗਏ। ਪੀਰ ਦਸਤਗੀਰ ਆਪ ਚੱਲ ਕੇ ਆਇਆ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਨਮੁਖ ਹੋਇਆ, ਇਹਨੇ ਫਿਰ ਆਪਣੇ ਲੋਕਾਂ ਨੂੰ ਆਖਿਆ, ਉਹਨਾਂ ਨੇ ਆਪਣੀਆਂ ਬਾਹਾਂ ਉੱਚੀਆਂ ਕਰਕੇ ਆਪਣੇ ਹੱਥਾਂ ਵਿੱਚ ਜਿਹੜੇ ਵੱਟੇ ਪਕੜੇ ਨੇ, ਜਦੋਂ ਉਹ ਮਾਰਨ ਲੱਗੇ ਤੇ ਐਸੀ ਉੱਥੇ ਕਲਾ ਵਰਤਦੀ ਹੈ ਕਿ ਜਿੱਥੇ ਹੱਥ ਹੈ, ਜਿੱਥੇ ਬਾਹਾਂ ਨੇ, ਉੱਥੇ ਦੀਆਂ ਉੱਥੇ ਹੀ ਟਿਕ ਜਾਂਦੀਆਂ ਨੇ। ਬੜਾ ਹੈਰਾਨ ਹੋਇਆ ਕਿ ਪੀਰ ਦਸਤਗੀਰ ਵੀ ਇਹ ਕੌਣ ਹੈ, ਕਿ ਮੇਰੇ ਬਗਦਾਦ ਦੇ ਲੋਕਾਂ ਵਿੱਚ ਕਿਸੇ ਵਿੱਚ ਵੀ ਇੰਨੀ ਹਿੰਮਤ ਨਹੀਂ ਕਿ ਕੋਈ ਅੱਗੇ ਹੋ ਕੇ ਇਹਨੂੰ ਵੱਟਾ ਮਾਰ ਸਕੇ। ਹੁਣ ਇਹ ਪੀਰ ਦਸਤਗੀਰ ਸੋਚ ਰਿਹਾ ਮਨ ਹੀ ਮਨ ਵਿੱਚ ਕਿ ਜਿਹੜਾ ਇਹ ਫਕੀਰ ਸਾਹਮਣੇ ਬੈਠਾ ਹੈ, ਇਹਦੇ ਵਿੱਚ ਕੁਛ ਨਾ ਕੁਛ ਤੇ ਕਲਾ ਜ਼ਰੂਰ ਹੈ। ਔਰ ਇਹ ਵੀ ਧਿਆਨ ਰੱਖਣਾ ਵੀ ਕਲਾ 1 2 4 6 ਨਹੀਂ, ਉਹ ਸਰਬ ਕਲਾ ਸਮਰਾਟ ਹੈ। ਹੁਣ ਪੀਰ ਦਸਤਗੀਰ ਦੀ ਕੀ ਹਾਲਤ ਹੈ, ਕਵੀ ਸੰਤੋਖ ਸਿੰਘ ਜੀ ਜੋ ਅਗਲੇ ਇਤਿਹਾਸ ਦਾ ਜ਼ਿਕਰ ਕਰਦੇ ਨੇ, ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ ਜੀ। ਤਨਕ ਬਗਰਾ ਉਲਗਰ ਪਾਇਓ। ਕਵੀ ਜੀ ਕਹਿੰਦੇ ਨੇ ਜਿਵੇਂ ਵਾਵਰੋਲਾ ਤੁਸੀਂ ਵੇਖਿਆ ਹਵਾ ਦਾ ਬਣਦਾ, ਤਨਕ ਦਾ ਅਰਥ ਹੁੰਦਾ ਛੋਟਾ, ਛੋਟੇ ਆਕਾਰ ਵਿੱਚ ਜੋ ਹਵਾ ਦਾ ਵਾਵਰੋਲਾ ਹੈ, ਇਹ ਜੇ ਕਿਤੇ ਆਪਣੇ ਅੰਦਰ ਗਰਭ ਆਇਓ, ਜੇ ਕਿਤੇ ਆਪਣੇ ਅੰਦਰ ਹੰਕਾਰ ਕਰ ਬੈਠੇ, ਸਬਰ ਅੰਧੇਰੀ ਸਨਮੁਖ ਜਾਇਓ। ਜੇ ਹੰਕਾਰ ਕਰਕੇ ਬਹੁਤ ਤੇਜ਼ ਅੰਧੇਰੀ ਚੱਲਦੀ ਹੋਵੇ, ਤੂਫਾਨ ਹੋਵੇ, ਤੇ ਉਹਦੇ ਅੱਗੇ ਆ ਕੇ ਇੱਕ ਛੋਟਾ ਜਿਹਾ ਵਾਵਰੋਲਾ ਕਵੇ ਕਿ ਮੈਂ ਜਿਹੜਾ ਮੁਕਾਬਲਾ ਕਰ ਲਾਂ, ਇਹ ਉਹਦੀ ਮੂਰਖਤਾਈ ਹੋਏਗੀ। ਕਿਉਂਕਿ ਛੋਟਾ ਜਿਹਾ ਵਾਵਰੋਲਾ ਬਹੁਤ ਤੇਜ਼ੀ ਨਾਲ ਜੋ ਅੰਧੇਰੀ ਚੱਲ ਰਹੀ ਹੈ, ਤੂਫਾਨ ਜੋ ਚੱਲ ਰਿਹਾ, ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਜਿਹੜਾ ਗਿਆਨ ਪੀਰ ਦਸਤਗੀਰ ਦੇ ਕੋਲ ਹੈ, ਉਹ ਇੱਕ ਛੋਟੇ ਜਿਹੇ ਵਾਵਰੋਲੇ ਦੀ ਤਰ੍ਹਾਂ ਹੈ। ਪਰ ਜਿਹੜਾ ਗਿਆਨ ਗੁਰੂ ਨਾਨਕ ਸਾਹਿਬ ਜੀ ਕੋਲ ਹੈ, ਉਹ ਪ੍ਰਚੰਡ ਗਿਆਨ ਵਾਲਾ ਹੈ। ਇੱਕ ਗਿਆਨ ਹੁੰਦਾ ਹੈ ਦਰਮਿਆਨਾ, ਇੱਕ ਗਿਆਨ ਉਹ ਹੈ ਜਿਹਨੂੰ ਪ੍ਰਚੰਡ ਗਿਆਨ, ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਪ੍ਰਚੰਡ ਗਿਆਨ ਕਿਹਾ। ਤੇ ਗੁਰੂ ਨਾਨਕ ਸਾਹਿਬ ਜੀ ਕੋਲ ਜਿਹੜਾ ਗਿਆਨ ਹੈ, ਉਹ ਪ੍ਰਚੰਡ ਗਿਆਨ ਵਾਲਾ ਹੈ, ਜਿਹਦੇ ਅੱਗੇ ਕੋਈ ਵੀ ਟਿਕ ਨਹੀਂ ਸਕਦਾ। ਇੱਥੋਂ ਹੀ ਹਿਸਾਬ ਲਾਓ ਕਿ ਕਿੰਨਾ ਚਾਨਣ ਹੈ ਗੁਰੂ ਸਾਹਿਬ ਦੇ ਕੋਲ, ਕਿ ਬਾਹਰ ਦੇ ਹਜ਼ਾਰਾਂ ਸੂਰਜਾਂ ਦਾ ਚਾਨਣ ਵੀ ਗੁਰੂ ਸਾਹਿਬ ਜੀ ਦੇ ਗਿਆਨ ਦੇ ਚਾਨਣ ਅੱਗੇ ਫਿੱਕਾ ਪੈ ਜਾਂਦਾ ਹੈ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਇੱਕ ਛੋਟਾ ਜਿਹਾ ਵਾਵਰੋਲਾ ਇੱਕ ਬਹੁਤ ਤੇਜ਼ ਹਨੇਰੀ ਚੱਲ ਰਹੀ ਹੋਵੇ, ਉਹਦੇ ਅੱਗੇ ਗਰਭ ਹੰਕਾਰ ਕਰਕੇ ਖਲੋ ਜਾਵੇ। ਤਿਉ ਕਰ ਗੁਣੇ ਨਾ ਜੀਤਿਓ ਜਾਈ। ਹੁਣ ਇਹਨੇ ਸਮਝ ਲਿਆ ਵੀ ਮੈਂ ਆਪਣੀ ਜਿੰਨੀ ਤਾਕਤ ਲਾਉਣੀ ਸੀ ਲਾ ਲਈ, ਮੈਂ ਆਪਣਾ ਜਿੰਨਾ ਜ਼ੋਰ ਲਾਉਣਾ ਸੀ ਲਾ ਲਿਆ, ਆਪਣੇ ਵੱਲੋਂ ਜੋ ਮੈਂ ਕਰਨਾ ਸੀ ਕਰਕੇ ਵੇਖ ਲਿਆ। ਤੇ ਹੁਣ ਇਸ ਢੰਗ ਦੇ ਨਾਲ ਮੈਨੂੰ ਲੱਗਦਾ ਵੀ ਜਿਹੜਾ ਸਾਹਮਣੇ ਪੀਰ ਫਕੀਰ ਬੈਠਾ ਹੈ, ਇਹਨੂੰ ਜਿੱਤਿਆ ਨਹੀਂ ਜਾ ਸਕਦਾ। ਜਦੋਂ ਇਹ ਗੱਲ ਸਮਝ ਆਏਗੀ, ਹੱਥ ਜੁੜਦੇ ਹੀ ਉੱਥੇ ਨੇ, ਨਹੀਂ ਤੇ ਬੰਦਾ ਆਪਣਾ ਜ਼ੋਰ ਲਾਉਂਦਾ ਹੀ ਰਹਿ ਜਾਂਦਾ ਹੈ। ਜਿਹਦੇ ਘਰ ਵਿੱਚ ਅਸੀਂ ਜਿਸ ਘਰ ਵਿੱਚ ਆਏ ਹਾਂ, ਜੇ ਪਤਾ ਲੱਗ ਜਾਏ ਵੀ ਉਹਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਚੱਲਣਾ, ਤੇ ਹੱਥ ਜੋੜ ਕੇ ਇਹੀ ਆਖਾਂਗੇ ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮ ਸਕੈ। ਮਤਲਬ ਜੀ ਸਾਡੇ ਵਿੱਚ ਕੋਈ ਬਲ ਤਾਕਤ ਜ਼ੋਰ ਨਹੀਂ ਵੀ ਅਸੀਂ ਕੁਝ ਕਰ ਸਕੀਏ, ਜਿਉਂ ਭਾਵੈ ਤਿਵੇਂ ਬਖਸ਼। ਹੁਣ ਇਹਨੂੰ ਸਮਝ ਆ ਗਈ ਕਿ ਜੋ ਮੈਂ ਆਪਣੀ ਤਾਕਤ ਨਾਲ ਜਾਂ ਲੋਕਾਂ ਦੇ ਰਾਹੀਂ ਵੱਟੇ ਮਾਰ ਕੇ ਆਪਣਾ ਜ਼ੋਰ ਦਿਖਾਉਣਾ ਚਾਹੁੰਦਾ ਸੀ, ਇਸ ਤਰ੍ਹਾਂ ਜਿੱਤਿਆ ਨਹੀਂ ਜਾ ਸਕਦਾ। ਅਬ ਬੋਲਣ ਮੈਂ ਦਿਓ ਕਰਾਈ। ਹੁਣ ਮੈਂ ਇਹਨਾਂ ਨਾਲ ਬੋਲਣ ਦਾ ਅਰਥ ਹੈ ਚਰਚਾ ਕਰਾਂ, ਵਿਚਾਰ ਕਰਾਂ, ਤੇ ਮੈਂ ਇਹਨਾਂ ਨੂੰ ਆਪਣੇ ਬੋਲਾਂ ਰਾਹੀਂ, ਵਿਚਾਰ ਰਾਹੀਂ, ਚਰਚਾ ਦੇ ਰਾਹੀਂ ਹਰਾ ਦਿਆਂਗਾ ਤੇ ਜਿੱਤ ਜਾਵਾਂਗਾ। ਪਾਸ ਵਿਚਾਰ ਕੇ ਦਿਓ ਸਮੀਪਾ। ਪੀਰ ਦਸਤਗੀਰ ਜਿਹੜਾ ਇਸ ਤਰ੍ਹਾਂ ਮਨ ਵਿੱਚ ਵਿਚਾਰ ਕੇ, ਲੋਕ ਉੱਥੇ ਦੇ ਉੱਥੇ ਖਲੋਤੇ ਨੇ, ਇਹ ਪੀਰ ਦਸਤਗੀਰ ਕਹਿੰਦੇ ਮਨ ਵਿੱਚ ਵਿਚਾਰ ਕੇ ਵੀ ਹੁਣ ਆਪਣੀ ਤਾਕਤ ਨਾਲ ਨਹੀਂ ਜਿੱਤਿਆ ਜਾ ਸਕਦਾ, ਮੈਂ ਆਪਣੇ ਬੋਲਾਂ ਨਾਲ ਜਿੱਤਾਂਗਾ। ਫਿਰ ਉਹ ਪੀਰ ਦਸਤਗੀਰ 2 ਕਦਮ ਚੱਲ ਕੇ ਅੱਗੇ ਗੁਰੂ ਨਾਨਕ ਸਾਹਿਬ ਜੀ ਕੋਲ ਆਇਆ ਹੈ। ਬੈਠਿਓ ਜਹ ਮੇਰੀ ਕੋਲ ਦੀਪਾ। ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਿਰਾਜਮਾਨ ਹਨ। ਕਹਿਤ ਭਇਓ ਤੂੰ ਗੁਫਰ ਕਰਾਵਾ। ਪੀਰ ਦਸਤਗੀਰ ਆਉਂਦਿਆਂ ਸਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗਾ, ਤੁਸੀਂ ਇਸ ਧਰਤੀ ਤੇ, ਬਗਦਾਦ ਦੀ ਧਰਤੀ ਤੇ ਆ ਕੇ ਇਹ ਕਿਹੜਾ ਕੁਫਰ ਤੋਲਿਆ ਹੈ? ਜੋ ਤੁਸੀਂ ਅਲਾਇਆ, ਜੋ ਤੁਸੀਂ ਬੋਲਿਆ, ਉਹ ਕੁਫਰ ਹੈ। ਕੋ ਹੈ ਤੂੰ ਕਿਹ ਤੇ ਚਲ ਆਵਾ। ਕੌਣ ਹੈ ਤੂੰ? ਪੀਰ ਦਸਤਗੀਰ ਸਾਹਮਣੇ ਖਲੋ ਕੇ ਕਹਿੰਦਾ, ਕੌਣ ਹੈ ਤੂੰ, ਕਿੱਥੋਂ ਚੱਲ ਕੇ ਆਇਆ ਹੈ? ਕਰਾਮਾਤ ਕਰ ਬੜੀ ਦਿਖਾਈ। ਬੜੀ ਕਰਾਮਾਤ ਵਿਖਾਈ ਹੈ। ਹਾਲਾਂਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕਰਾਮਾਤ ਨੂੰ ਥਾਂ ਨਹੀਂ, ਬਸ ਸਮਝਣ ਦੀ ਲੋੜ ਹੈ। ਅਸੀਂ ਉਹਨੂੰ ਕਰਾਮਾਤ ਦਾ ਨਾਮ ਦੇ ਦਿੰਦੇ ਹਾਂ, ਪਰ ਗੁਰੂ ਸਾਹਿਬ ਨੇ ਕਰਾਮਾਤ ਨੂੰ ਕਹਿਰ ਦਾ ਨਾਮ ਦਿੱਤਾ ਹੈ।
ਤੇ ਜੇ ਕਰਾਮਾਤ ਦਿਖਾਉਣੀ ਹੁੰਦੀ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਦਿਖਾ ਸਕਦੇ ਆ। ਜੇ ਕਰਾਮਾਤ ਦਿਖਾਉਣੀ ਹੁੰਦੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਿਖਾ ਸਕਦੇ ਆ। ਕਰਾਮਾਤ ਦਿਖਾਉਣੀ ਹੁੰਦੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਛੱਡਣ ਦੀ ਲੋੜ ਹੀ ਨਹੀਂ। ਪਰ ਉਸ ਮਾਲਕ ਦੇ ਬਾਣੀ ਵਿੱਚ ਤੁਰੇ ਨੇ, ਉਹਦੇ ਹੁਕਮ ਵਿੱਚ ਤੁਰੇ ਨੇ, ਹੁਕਮ ਵਿੱਚ ਹੀ ਤਤੀ ਤਵੀ ਤੇ ਬੈਠੇ ਆ। ਜੇ ਕਰਾਮਾਤ ਦਿਖਾਉਣੀ ਹੁੰਦੀ ਤੇ ਤਵੀ ਕਦੋਂ ਦੀ ਠੰਡੀ ਹੋ ਜਾਂਦੀ, ਜਾਂ ਗੁਰੂ ਸਾਹਿਬ ਨੂੰ ਲਾਹੌਰ ਜਾਣ ਦੀ ਜ਼ਰੂਰਤ ਹੀ ਨਾ ਪੈਂਦੀ, ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਜਾਣ ਦੀ ਲੋੜ ਹੀ ਨਾ ਪੈਂਦੀ। ਪਰ ਇੱਥੇ ਹੁਕਮ ਮੰਨਣਾ ਸਿਖਾਇਆ, ਇੱਥੇ ਬਾਣੀ ਵਿੱਚ ਰਹਿਣਾ ਸਿਖਾਇਆ। ਇੱਥੇ ਕਹਿੰਦੇ ਕੌਣ ਹੈ ਤੂੰ, ਕਿੱਥੋਂ ਆਇਆ ਜੋ ਏਡੀ ਵੱਡੀ ਕਰਾਮਾਤ ਦਿਖਾਈ ਹੈ। ਲੱਖ ਬਤਾਲੇ ਨਾ ਖਬਰ ਸੁਣਾਈ। ਇੱਥੇ ਆ ਕੇ ਤੁਸੀਂ ਕੀ ਕੁਫਰ ਤੋਲਿਆ? ਤੁਸੀਂ ਲੱਖਾਂ ਹੀ ਪਤਕ ਤੇ ਲੱਖਾਂ ਹੀ ਆਕਾਸ਼ ਦੀ ਗੱਲ ਕੀਤੀ ਹੈ, ਜਦ ਕਿ ਅੱਜ ਤੱਕ ਬਗਦਾਦ ਦੀ ਧਰਤੀ ਤੇ ਐਸਾ ਕੋਈ ਪ੍ਰਚਾਰ ਨਹੀਂ ਹੋਇਆ। ਕਦੇ ਵੀ ਬਗਦਾਦ ਦੀ ਧਰਤੀ ਤੇ ਕਿਸੇ ਨੇ ਇਹ ਗੱਲ ਨਾ ਆਖੀ ਹੈ ਨਾ ਸੁਣੀ ਹੈ। ਪਹਿਲੀ ਵਾਰ ਅੱਜ ਤੁਸੀਂ ਆਏ ਹੋ, ਇਹ ਲੱਖਾਂ ਪਤਾਲ ਆਕਾਸ਼ ਦੀ ਗੱਲ ਕੀਤੀ ਹੈ। ਉਹਨਾਂ ਸਰੋਧ ਮਨ ਚੰਚਲ ਕਰੀ। ਚਲੋ ਇਹ ਤਾਂ ਕੁਫਰ ਤੋਲਿਆ। ਤੇ ਦੂਜਾ ਤੁਸੀਂ ਸੁਰ ਦੇ ਵਿੱਚ ਸੰਗੀਤ ਦੇ ਰਾਹੀਂ ਤੁਸੀਂ ਇੱਥੇ ਗਾਉਣਾ ਵੀ ਕੀਤਾ ਹੈ। ਸੋ ਗਾਵਨ ਕੇ ਕਿਉਂ ਅਨੁਸਾਰੀ। ਇਹ ਲੱਗੇ ਇੱਥੇ ਗਾਉਣ ਦੀ ਪਾਬੰਦੀ ਹੈ। ਇੱਥੇ ਕਿਸੇ ਨੂੰ ਇਜਾਜ਼ਤ ਨਹੀਂ ਹੈ ਕਿ ਕੋਈ ਇੱਥੇ ਆ ਕੇ ਗਾਉਣਾ ਕਰੇ। ਬੇਮਰਜ਼ਾਦ ਦੋ ਉਤੇ ਦੀਨਾ। ਤੁਸੀਂ ਦੋ ਜਿਹੜੀਆਂ ਗੱਲਾਂ ਮਰਿਆਦਾ ਤੋਂ ਬਾਹਰ ਹੋ ਕੇ ਕੀਤੀਆਂ। ਬੇਮਰਿਆਦ ਜੋ ਸਾਡੀ ਇੱਥੇ ਬਗਦਾਦ ਦੀ ਮਰਿਆਦਾ ਹੈ, ਉਹਦੇ ਤੋਂ ਉਲਟ ਦੋ ਗੱਲਾਂ ਤੁਸੀਂ ਕੀਤੀਆਂ ਹਨ। ਜਾਤੇ ਹਮਦਰ ਵੇਸ਼ ਨਾ ਕੀਨਾ। ਲੱਗੇ ਜਾਂ ਤਾਂ ਤੁਸੀਂ ਸਾਨੂੰ ਜਾਣਦੇ ਨਹੀਂ ਅਸੀਂ ਕੌਣ ਆ, ਵੀ ਅਸੀਂ ਇਸ ਧਰਤੀ ਬਗਦਾਦ ਦੀ ਧਰਤੀ ਤੇ ਮੈਂ ਸਭ ਤੋਂ ਵੱਡਾ ਪੀਰ। ਇਹ ਗੱਲ ਤੇ ਮੈਂ ਨਹੀਂ ਹਾਂ ਵੀ ਮੈਂ ਵੱਡਾ ਹਾਂ, ਵੀ ਮੈਂ ਸਭ ਤੋਂ ਵੱਡਾ ਪੀਰ ਹਾਂ ਤੇ ਪੂਰੇ ਬਗਦਾਦ ਦੇ ਪੀਰ ਲੋਕ ਮੇਰੇ ਹੁਕਮ ਨਾਲ ਚੱਲਦੇ ਹਨ। ਇਹਦੇ ਉੱਤਰ ਆਪ ਉਚਾਰੋ। ਹੁਣ ਇਸ ਲਈ ਜੋ ਤੁਸੀਂ ਇਹ ਦੋ ਗੱਲਾਂ ਕੀਤੀਆਂ ਨੇ, ਇਹਦਾ ਜਵਾਬ ਤੁਸੀਂ ਹੀ ਦੇਣਾ ਹੈ। ਨਤੁਰ ਦੇਸ਼ ਦੇ ਵਹਿਰ ਸਿਤਾਰੋ। ਜਾਂ ਤੇ ਇਹ ਦੱਸੋ ਵੀ ਇੱਥੇ ਆ ਕੇ ਕਿਉਂ ਗਿਆ। ਔਰ ਦੂਸਰਾ ਇਹ ਪਤਾਲਾਂ ਦੀ ਆਕਾਸ਼ਾਂ ਦੀ ਗੱਲ ਜਿਹੜੀ ਲੱਖਾਂ ਵਿੱਚ ਕੀਤੀ ਹੈ, ਇਹ ਕਿਉਂ ਕੀਤੀ, ਇਹਦਾ ਜਵਾਬ ਦਿਓ, ਸਪਸ਼ਟੀਕਰਨ ਦਿਓ। ਤੇ ਜੇ ਨਹੀਂ ਜਵਾਬ ਦੇ ਸਕਦੇ ਤੇ ਹੁਣੇ ਹੀ ਉੱਠ ਕੇ ਬਗਦਾਦ ਤੋਂ ਬਾਹਰ ਹੋ ਜਾਓ। ਤੁਹਾਨੂੰ ਇੱਥੇ ਬਗਦਾਦ ਵਿੱਚ ਬੈਠਣ ਦਾ ਕੋਈ ਵੀ ਇੱਥੇ ਹੱਕ ਨਹੀਂ। ਇੱਥੋਂ ਦੀ ਕਿਸੇ ਵੇਲੇ ਉੱਠ ਕੇ ਚਲੇ ਜਾਓ। ਗੰਜਨ ਗਰਭ ਗੁਰੂ ਗੁਣ ਖਾਨੀ। ਗੰਜਨ ਗਰਭ, ਗੰਜਨ ਨੇ ਖਤਮ ਕਰਨਾ, ਨਾਸ਼ ਕਰਨਾ। ਗਰਭ ਦਾ ਅਰਥ ਹੁੰਦਾ ਹੰਕਾਰ। ਗੁਣ ਖਾਨੀ, ਗੁਣਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜਿਹੜੇ ਵੱਡੇ ਵੱਡੇ ਹੰਕਾਰੀਆਂ ਦੇ ਹੰਕਾਰ ਨੂੰ ਤੋੜਨਾ ਜਾਣਦੇ ਆ। ਜਿਹੜੇ ਸਤਿਗੁਰੂ ਮਹਾਰਾਜ ਜੀ ਬੜੇ ਬੜੇ ਹੰਕਾਰ ਨੂੰ ਨਾਸ਼ ਕਰਨਾ ਜਾਣਦੇ ਹਨ। ਦਸਤਗੀਰ ਸਗ ਭਾਖੀ ਬਾਣੀ। ਇਸ ਦਸਤਗੀਰ ਦੇ ਹੰਕਾਰ ਨੂੰ ਤੋੜਨ ਵਾਸਤੇ, ਇਹਦੇ ਹੰਕਾਰ ਨੂੰ ਭੰਜਣ ਵਾਸਤੇ ਸਤਿਗੁਰੂ ਮਹਾਰਾਜ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਵਚਨ ਆਖੇ ਹਨ। ਜੀਵ ਸਰੋਧ ਕੀ ਨਿੰਦ ਗੁਚਾਰੀ। ਜਿਹੜੇ ਸੰਗੀਤ ਦੀ ਤੂੰ ਨਿੰਦਾ ਕਰ ਰਿਹਾ ਹੈ, ਜਿਹੜੇ ਸੁਰਾਂ ਦੀ ਤੂੰ ਨਿੰਦਾ ਜਿਹੜੀ ਉਹ ਕਰ ਰਿਹਾ ਹੈ, ਤੇ ਕੀ ਰੀਤ ਸੁਣੋ ਸੁਖਕਾਰੀ। ਇਹਦੀ ਜਿਹੜੀ ਰੀਤ ਹੈ ਇਹ ਸੁਖਕਾਰੀ ਹੈ। ਇਹ ਸੁਖ ਦੇ ਜੋ ਅਸੀਂ ਗਾਇਆ, ਇਹ ਅਸੀਂ ਮਾੜਾ ਨਹੀਂ ਗਾਇਆ, ਇਹ ਅਸੀਂ ਗਾਇਆ ਸੁਖ ਵਾਲਾ। ਇਹ ਜੋ ਵੀ ਬੋਲ ਅਸੀਂ ਗਾਏ ਨੇ ਇਹ ਸੁਖ ਦੇਣ ਵਾਲੇ ਹਨ। ਸ੍ਰੀ ਕਰਤਾਰ ਸਿਮਤ ਮਹਿ ਗਾਵੇ। ਕਿਉਂਕਿ ਇਸ ਦੇਖੋ ਗਾਉਣ ਵਿੱਚ ਵੀ ਫਰਕ ਹੈ। ਇੱਕ ਉਹ ਗਾਉਣਾ ਹੈ ਜਿਹਨੂੰ ਸੁਣ ਕੇ ਮਨ ਚੰਚਲ ਹੋ ਕੇ ਸ਼ਰਾਰਤ ਕਰਦਾ ਹੈ, ਮਨ ਵਿੱਚ ਹਰਕਤ ਹੁੰਦੀ ਹੈ, ਮਨ ਸ਼ਰਾਰਤੀ ਹੋ ਜਾਂਦਾ ਹੈ। ਇੱਕ ਉਹ ਗਾਉਣਾ ਹੈ ਜਿਸ ਗਾਉਣ ਦੇ ਨਾਲ ਮਨ ਦੀ ਚੰਚਲਤਾ, ਮਨ ਦਾ ਸ਼ਰਾਰਤ ਵਾਲਾ ਜਿਹੜਾ ਅੰਦਰ ਅਵਸਥਾ ਉਹ ਖਤਮ ਹੋ ਜਾਂਦੀ ਹੈ, ਮਨ ਟਿਕ ਜਾਂਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ। ਅਸੀਂ ਉਹ ਗਾਉਣਾ ਨਹੀਂ ਸੁਣਨਾ ਜਿਹਦੇ ਨਾਲ ਮਨ ਸ਼ਰਾਰਤੀ ਹੋ ਜਾਏ। ਉਹ ਅਸੀਂ ਗਾਉਣਾ ਨਹੀਂ ਸੁਣਨਾ ਜਿਹਦੇ ਨਾਲ ਮਨ ਚੰਚਲਤਾ ਹੀ ਦਿਖਾਉਣ ਲੱਗ ਜਾਏ। ਅਸੀਂ ਉਹ ਸੁਣਨਾ ਹੈ ਜਿਹਦੇ ਨਾਲ ਮਨ ਸ਼ਾਂਤ ਹੋ ਜਾਏ, ਜਿਹਦੇ ਨਾਲ ਮਨ ਟਿਕ ਜਾਏ। ਪਰ ਦੁਨੀਆ ਵਿੱਚ ਦੇਖਦੇ ਹਾਂ ਜਿਹੜੇ ਸਾਨੂੰ ਵੀ ਨਚਾਉਣ ਤੇ ਸਾਡੇ ਪਰਿਵਾਰ ਦੀਆਂ ਪੁੱਤਰ ਇਹਨਾਂ ਨੂੰ ਨਚਾਉਣ, ਅਸੀਂ ਉਹਨਾਂ ਨੂੰ ਕਿੰਨਾ ਮਾਣ ਸਨਮਾਨ ਸਤਿਕਾਰ ਕਿੰਨਾ ਅਸੀਂ ਦਿੰਦੇ ਹਾਂ। ਤੇ ਜਿਹੜਾ ਸਾਡੇ ਮਨ ਨੂੰ ਸ਼ਾਂਤ ਕਰਨ ਦੀ ਗਾਵੇ, ਜਿਹੜਾ ਸਾਡੇ ਕੋਲ ਸਾਹਮਣੇ ਵਾਹਿਗੁਰੂ ਦੀ ਉਸਤਤ ਕਰੇ, ਜਿਹੜਾ ਉਹਦੀ ਸਿਫਤ ਤੋਂ ਸਲਾਹ ਦੇ ਬੋਲ ਜਿਹੜੇ ਨੇ ਕੋਈ ਸੰਗੀਤ ਦੇ ਰਾਹੀਂ ਗਾਵੇ, ਤੇ ਉਹਦੇ ਪਰਥਾਏ ਸਾਡੇ ਮਨ 'ਚ ਕਿਦਾਂ ਦੀ ਭਾਵਨਾ ਹੈ। ਸਮਾਜ ਵਿੱਚ ਹਾਲਾਤ ਕੀ ਨੇ, ਜਾਂ ਕਹਿ ਲਓ ਕਿ ਗਾਉਣ ਵਾਲਿਆਂ ਵਿੱਚ ਵੀ ਕਮੀਆਂ ਤੇ ਸੁਣਨ ਵਾਲਿਆਂ ਵਿੱਚ ਵੀ ਹੈ। ਇਹ ਤਾਂ ਬ੍ਰਹਮ ਦੀ ਵਿਚਾਰ ਸੀ। ਅਸੀਂ ਇਹਨੂੰ ਗੀਤਾਂ ਦੇ ਆਧਾਰ ਤੇ ਉਹਦੀਆਂ ਤਰਜ਼ਾਂ ਉੱਤੇ ਗਾ ਗਾ ਕੇ ਅਸੀਂ ਗੁਰਬਾਣੀ ਤੱਕ ਪਹੁੰਚ ਬਣਾ ਹੀ ਨਾ ਸਕੇ, ਕਿਉਂਕਿ ਜਿਸ ਗੀਤ ਦੀ ਤਰਜ਼ ਨੂੰ ਗਾਇਆ ਸੁਰਤ ਤੇ ਉੱਥੇ ਹੀ ਅਟਕ ਕੇ ਰਹਿ ਗਏ। ਹੁਣ ਚੱਲ ਸ਼ਬਦ ਰਿਹਾ ਹੈ, ਪਰ ਜਿਹੜੀ ਸੁਰ ਚੱਲ ਰਹੀ ਹੈ ਉਸ ਕੰਨਾਂ ਦਾ ਰਸ ਜਦੋਂ ਬਣਿਆ ਤੇ ਧਿਆਨ ਫਲਾਣੀ ਗੀਤ ਵੱਲ ਚਲਾ ਗਿਆ, ਫਲਾਣੀ ਗਾਉਣ ਵਾਲੀ ਵੱਲ ਚਲਾ ਗਿਆ, ਨੱਚਣ ਵਾਲਿਆਂ ਵੱਲ ਚਲਾ ਗਿਆ, ਜਦ ਕਿ ਗਾ ਤੇ ਸ਼ਬਦ ਰਿਹਾ। ਇਸੇ ਲਈ ਸਾਨੂੰ ਗੁਰਬਾਣੀ ਰਾਗ ਦੇ ਆਧਾਰ ਤੇ ਦਿੱਤੀ ਹੈ। ਰਾਗ ਦਾ ਦੂਜਾ ਨਾਮ ਹੁੰਦਾ ਪ੍ਰੇਮ। ਜੇ ਰਾਗ ਦੇ ਆਧਾਰ ਤੇ ਬਾਣੀ ਨੂੰ ਗਾਇਆ ਜਾਏ, ਸੁਣਿਆ ਜਾਏ, ਤੇ ਅੰਦਰ ਪ੍ਰੇਮ ਪੈਦਾ ਹੁੰਦਾ ਹੈ। ਮਨ ਦੇ ਵਿੱਚ ਫਿਰ ਚੰਚਲਤਾ ਹੀ ਪੈਦਾ ਨਹੀਂ, ਮਨ ਸ਼ਰਾਰਤੀ ਨਹੀਂ ਹੁੰਦਾ। ਇਸੇ ਲਈ ਆਖਿਆ ਸੀ ਲੋਕ ਜਾਣਨ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਇਹ ਕੋਈ ਗੀਤ ਨਹੀਂ ਹੈ ਜਿਹਨੂੰ ਗੀਤਾਂ ਦੀਆਂ ਤਰਜ਼ਾਂ ਤੇ ਗਾਉਣ ਗਾ ਕੇ ਤੇ ਅਸੀਂ ਵੀ ਕਹੀਏ ਵੀ ਫਲਾਣੀ ਤਰਜ਼ ਤੇ ਸਾਨੂੰ ਗਾ ਕੇ ਸੁਣਾਓ, ਫਿਰ ਅਸੀਂ ਤਰਜ਼ ਤੱਕ ਹੀ ਰਹਿ ਜਾਵਾਂਗੇ, ਸ਼ਬਦ ਤੱਕ ਨਹੀਂ ਪਹੁੰਚਾਂਗੇ। ਪਰ ਮਨ ਨੂੰ ਸ਼ਾਂਤ ਸ਼ਬਦ ਨਹੀਂ ਕਰਨਾ ਹੈ, ਮਨ ਦੇ ਵਿੱਚ ਟਿਕਾ ਸ਼ਬਦ ਨਹੀਂ ਲਿਆਉਣਾ ਹੈ। ਇਸ ਲਈ ਮਹਾਰਾਜ ਨੇ ਆਖਿਆ ਸੀ ਮਨ ਤੂੰ ਜਿੰਨਾ ਮਰਜ਼ੀ ਚੰਚਲ ਹੋ ਜਾ, ਤੇਰੀ ਚਤੁਰਾਈ ਦੇ ਨਾਲ, ਤੇਰੀ ਚੰਚਲਤਾ ਦੇ ਨਾਲ ਕਾਮਯਾਬੀ ਨਹੀਂ ਮਿਲਣੀ। ਮਨ ਤੇ ਵੈਸੇ ਹੀ ਬੜਾ ਚੰਚਲ ਹੈ। ਇਹ ਮਨ ਚੰਚਲਾ, ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ। ਮਨ ਮੇਰੇ ਇਹ ਮਨ ਵੈਸੇ ਹੀ ਚੰਚਲ ਹੈ, ਤੇ ਚੰਚਲ ਮਨ ਉਹੀ ਕੁਝ ਸੁਣਨਾ ਚਾਹੁੰਦਾ ਜਿਹਦੇ ਨਾਲ ਇਹਦੀ ਚੰਚਲਤਾ ਹੀ ਹੋਰ ਵੱਧ ਜਾਏ। ਜਿਹੜਾ ਸ਼ਰਾਰਤੀ ਹੋਵੇ ਉਹਨੂੰ ਤੇ ਮੌਕਾ ਚਾਹੀਦਾ ਸ਼ਰਾਰਤ ਕਰਨ ਵਾਸਤੇ। ਇਹ ਮਨ ਸ਼ਰਾਰਤੀ ਹੈ, ਇਹ ਸੁਣਨਾ ਵੀ ਉਹ ਚਾਹੁੰਦਾ ਜਿਹਦੇ ਨਾਲ ਇਹਦੀ ਸ਼ਰਾਰਤ ਵੱਧ ਜਾਏ। ਇਸ ਲਈ ਸਤਿਗੁਰੂ ਮਹਾਰਾਜ ਨੇ ਆਖਿਆ ਜਿਹੜਾ ਅਸੀਂ ਗਾਇਆ ਉਹ ਮਾੜਾ ਨਹੀਂ ਹੈ। ਜੋ ਅਸੀਂ ਗਾਇਆ ਉਹਦੇ ਵਿੱਚ ਕਰਤਾਰ ਸਿਫਤ ਮੈਂ ਗਾਵੇਂ। ਅਸੀਂ ਇਹਦੇ ਵਿੱਚ ਕਰਤਾਰ ਦੀ ਸਿਫਤ ਕੀਤੀ ਹੈ, ਅਸੀਂ ਇਹਦੇ ਵਿੱਚ ਖੁਦਾ ਦੀ ਸਿਫਤ ਕੀਤੀ ਹੈ, ਇਹਦੇ ਵਿੱਚ ਅਸੀਂ ਉਸ ਮਾਲਕ ਦੇ ਗੁਣ ਗਾਏ ਹਨ। ਬਸ ਜਹ ਮਨ ਭੋਰ ਕਮਾਵੇ। ਅਸੀਂ ਇਸ ਲਈ ਗਾਇਆ ਵੀ ਬਸ ਜਹ ਇਹ ਅੰਦਰ ਵਸ ਜਾਵੇ। ਫਿਰ ਬੇਨਤੀ ਸੁਣਿਓ, ਜਿਹੜੀ ਤਰਜ਼ ਤੇ ਅਸੀਂ ਸੁਣਿਆ ਉਹ ਤਰਜ਼ ਵਸ ਗਈ, ਸ਼ਬਦ ਤੇ ਵਸਿਆ ਨਹੀਂ। ਉਹ ਤਰਜ਼ ਜਿਹੜੀ ਸੀ, ਉਹ ਟਿਊਨ ਜਿਹੜੀ ਚੱਲ ਰਹੀ ਸੀ, ਉਹ ਵਸ ਗਈ, ਸ਼ਬਦ ਤੇ ਵਸਿਆ ਨਹੀਂ। ਜਦ ਕਿ ਰਸ ਸ਼ਬਦ ਵਿੱਚ ਸੀ। ਮਹਾਰਾਜ ਕਹਿੰਦੇ ਕਰਤਾਰ ਸਿਫਤ ਮੈਂ ਗਾਵੇਂ। ਅਸੀਂ ਕਰਤਾਰ ਦੀ ਸਿਫਤ ਵਿੱਚ ਗਾਇਆ ਹੈ, ਤੇ ਜਿਹੜੀ ਉਹਦੀ ਸਿਫਤ ਗਾਈ ਹੈ ਬਸ ਜਹ, ਜਦੋਂ ਉਹ ਅੰਦਰ ਵਸ ਜਾਂਦੀ ਹੈ ਮਨ ਬਹੁਰ ਕਮਾਵੇ, ਫਿਰ ਮਨ ਰਾਹੀਂ ਉਹਨੂੰ ਕਮਾਇਆ ਜਾਂਦਾ ਹੈ। ਸੁਣੇ ਰਾਗ ਰਸ ਜੀਵਨ ਕਾਰਨ। ਇਹ ਜਿਹੜਾ ਰਾਗ ਵਿੱਚ ਗਾਇਆ, ਜੇ ਰਸ ਅੰਦਰ ਬਣੇ ਤਾਂ ਹੀ ਗਾਇਆ ਹੈ। ਹੁਣ ਸੁਰਾਂ ਤੇ ਉਹੀ ਨੇ ਜਿਹੜੀਆਂ ਹਾਰਮੋਨੀਅਮ ਦੀਆਂ 7 ਸੁਰਾਂ ਨੇ। ਸਰਗਮ ਜਿਹੜੀ ਹੈ, ਸਰਗਮ ਤੇ ਉਹੀ ਹੈ। ਉਸ ਸਰਗਮ ਨੂੰ ਜੇ ਤੁਸੀਂ ਸ਼ਬਦ ਨਾਲ ਜੋੜ ਕੇ ਰਾਗ ਦੇ ਆਧਾਰ ਤੇ ਗਾਓਗੇ ਤਾਂ ਉਹਦੇ ਵਿੱਚੋਂ ਰਸ ਆਏਗਾ। ਜੇ ਉਸੇ ਸਰਗਮ ਨੂੰ ਕਿਸੇ ਤਰਜ਼ ਨਾਲ ਮਿਲਾ ਕੇ ਗਾਓਗੇ ਤੇ ਫਿਰ ਉਹਦਾ ਦਾ ਰਸ ਆਏਗਾ। ਇਸ ਲਈ ਕਹਿੰਦੇ ਨੇ ਰਾਗ ਰਸ ਲੇਵਨ ਕਾਰਨ। ਅਸੀਂ ਤੇ ਰਾਗ ਦੇ ਆਧਾਰ ਤੇ, ਰਾਗ ਦਾ ਅਰਥ ਪ੍ਰੇਮ, ਕਿਉਂਕਿ ਪ੍ਰੇਮ ਵਿੱਚੋਂ ਹੀ ਰਾਗ ਨਿਕਲਿਆ ਹੈ।
ਇਹ ਰਾਗ ਨੇ ਹੀ ਪ੍ਰੇਮ ਦੀ ਭਾਵਨਾ ਅੰਦਰ ਬਣਾਉਣੀ ਹੈ। ਇਹ ਰਾਗ ਦੇ ਰਾਹੀਂ ਜਿਹੜੀ ਅਸੀਂ ਸਿਫਤ ਨੂੰ ਗਾਇਆ ਹੈ ਉਹ ਰਸ ਲੈਣ ਦੇ ਲਈ ਗਾਇਆ ਹੈ। ਅਵੈ ਤਿਸ ਮੈਂ ਹਰ ਨਾਮ ਉਚਾਰਨ ਇਹਦੇ ਵਿੱਚ ਅਸੀਂ ਨਾਮ ਪਰਮੇਸ਼ਵਰ ਦਾ ਉਚਾਰਨ ਕੀਤਾ ਹੈ। ਹਿਰਦੇ ਹੁਲਸਾਵੇ ਜਗਿਆਸੀ ਜਿਹੜੇ ਜਗਿਆਸੂ ਹੁੰਦੇ ਨੇ ਉਹਨਾਂ ਦੇ ਹਿਰਦਿਆਂ ਨੂੰ ਖੁਸ਼ੀ ਮਿਲਦੀ ਹੈ ਜਦੋਂ ਉਹ ਰਾਗ ਦੇ ਆਧਾਰ ਤੇ ਸ਼ਬਦ ਸੁਣਦੇ ਨੇ ਤੇ ਕਹਿੰਦੇ ਉਹਨਾਂ ਦੇ ਹਿਰਦੇ ਖਿੜ ਜਾਂਦੇ ਨੇ, ਕਮਲ ਦੀਆਂ ਪੰਖੜੀਆਂ ਖਿੜਦੀਆਂ। ਜਿਹੜੇ ਰਾਗ ਦੇ ਆਧਾਰ ਤੇ ਪਰਮੇਸ਼ਵਰ ਦਾ ਨਾਮ ਸੁਣਦੇ ਨੇ ਕੌਣ? ਜਗਿਆਸੂ, ਜਿਹੜੇ ਅੰਦਰੋਂ ਜਾਗੇ ਹੋਏ ਨੇ। ਜਿਹੜੇ ਸੁੱਤੇ ਹੋਏ ਨੇ ਉਹ ਕਹਿੰਦੇ ਸਾਨੂੰ ਸ਼ਬਦ ਨਹੀਂ, ਸਾਨੂੰ ਤਾਂ ਟਿਊਨ ਦਾ ਤਰਜ ਦਾ ਰਸ ਆਉਣਾ ਚਾਹੀਦਾ, ਬਸ ਸ਼ਬਦ ਕੀ ਕਹਿੰਦਾ ਉਹਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ। ਸ਼ਬਦ ਕੀ ਕਹਿ ਰਿਹਾ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਹਾਂ ਫਲਾਣੀ ਤਰਜ ਜਿਹੜੀ ਆ ਉਹ ਸਾਨੂੰ ਸੁਣਾ ਦਿਓ। ਜਿਹੜੇ ਤਰਜ ਤੱਕ ਗੀਤਾਂ ਦੇ ਆਧਾਰ ਤੱਕ ਹੀ ਸ਼ਬਦ ਨਾਲ ਜੁੜਨਾ ਚਾਹੁੰਦੇ ਨੇ ਕੋਈ ਜਗਿਆਸੂ ਨਹੀਂ ਬਣੇ ਹਜੇ। ਜਗਿਆਸੂ ਦਾ ਮਤਲਬ ਹੈ ਜਿਹਦੇ ਅੰਦਰ ਆਸ ਜਾਗਦੀ ਪ੍ਰਭੂ ਨੂੰ ਮਿਲਣ ਦੀ, ਜਿਹੜੇ ਅੰਦਰੋਂ ਜਾਗ ਗਏ ਨੇ ਮਨ ਕਰਕੇ। ਤੇ ਜਿਹੜੇ ਜਗਿਆਸੂ ਹੁੰਦੇ ਨੇ ਹਿਰਦੇ ਹੁਲਸਾਵੇ, ਉਹ ਜਦੋਂ ਰਾਗ ਦੇ ਆਧਾਰ ਤੇ ਪਰਮੇਸ਼ਵਰ ਦਾ ਨਾਮ ਸੁਣਦੇ ਨੇ ਉਹਨਾਂ ਦਾ ਹਿਰਦਾ ਖਿੜ ਜਾਂਦਾ ਹੈ। ਰਜੇ ਸੰਗ ਸ਼੍ਰੀ ਪ੍ਰਭੂ ਕਬਿਰਾਸੀ ਔਰ ਅਬਨਾਸ਼ੀ ਜਿਹੜਾ ਕਦੇ ਨਾਸ਼ ਨਹੀਂ ਹੋਣ ਵਾਲਾ ਪਰਮੇਸ਼ਵਰ ਹੈ ਉਹਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ। ਕਲ ਮੈਂ ਹੋਰ ਉਪਾਏ ਨਾ ਕੋਰੈ ਕਲਯੁਗ ਦੇ ਵਿੱਚ ਕਲਯੁਗ ਦਾ ਪ੍ਰਭਾਵ ਹੀ ਇੰਨਾ ਜ਼ਿਆਦਾ ਹੈ। ਇਸ ਕਲਯੁਗ ਦੇ ਵਿੱਚ ਹੋਰ ਕੋਈ ਉਪਾਅ ਨਹੀਂ ਹੈ, ਇੱਕੋ ਇੱਕ ਉਪਾਅ ਹੈ। ਕਲਯੁਗ ਮੈਂ ਕੀਰਤਨ ਕਰਦਾਨਾ ਗੁਰਮੁਖ ਜਪੀਏ ਲਾਇ ਧਿਆਨਾ, ਇੱਕੋ ਇੱਕ ਉਪਾਅ ਹੈ। ਪਰ ਦੁਨੀਆ ਵਿੱਚ ਨਿਕਲ ਕੇ ਵੇਖੋ ਸਵੇਰ ਦਾ ਉਪਾਅ ਹੋ ਰਿਹਾ, ਦੁਪਹਿਰ ਦਾ ਹੋ ਰਿਹਾ, ਸ਼ਾਮ ਦਾ ਹੋ ਰਿਹਾ। ਸੋਮਵਾਰ ਬੰਦਾ ਕਹਿੰਦਾ ਆਹ ਉਪਾਅ ਕਰ ਲਓ, ਮੰਗਲਵਾਰ ਇਹ ਕਰ ਲਓ, ਫਲਾਣੀ ਤਿੱਥ ਤੇ ਆਹ, ਪਤਾ ਹੀ ਨਹੀਂ ਕਿੰਨੇ ਤਰ੍ਹਾਂ ਦੇ ਉਪਾਅ ਨੇ। ਪਰ ਗੁਰੂ ਸਾਹਿਬ ਕਹਿੰਦੇ ਉਪਾਅ ਹੀ ਕਰ ਲਓ। ਤੁਸੀਂ ਜਿਹੜਾ ਰੱਬੀ ਬਾਣੀ ਦਾ ਕੀਰਤਨ ਹੋ ਰਿਹਾ ਨਾ ਉਸ ਕੀਰਤਨ ਨਾਲ ਧਿਆਨ ਲਾ ਕੇ ਜੁੜ ਜਾਓ। ਇਹਦੇ ਨਾਲ ਤੁਹਾਡਾ ਕਲਯੁਗ ਦਾ ਸਾਰਾ ਪ੍ਰਭਾਵ ਅਸਰ ਖਤਮ ਹੋ ਜਾਏਗਾ। ਤੁਹਾਡੇ ਦਿਮਾਗ ਉੱਤੇ ਜੋ ਤ੍ਰੈ ਗੁਣੀ ਮਾਇਆ ਦਾ ਅਸਰ ਖਤਮ ਹੋ ਜਾਏਗਾ। ਹੋਰ ਕੋਈ ਉਪਾਅ ਦੂਜਾ ਤੀਜਾ ਨਹੀਂ। ਪਰ ਦੁਨੀਆ ਦੇ ਹਜ਼ਾਰਾਂ ਉਪਾਅ ਨਿਤ ਕਰ ਰਹੀ ਹੈ। ਸਾਹਿਬ ਜੀ ਕਹਿੰਦੇ ਕਲਯੁਗ ਮੈਂ ਕੱਲ ਮੈਂ ਹੋਤ ਉਪਾਏ ਨਾ ਹੋਰੇ। ਇਸ ਕਲਯੁਗ ਦੇ ਅੰਦਰ ਜਿੱਥੇ ਬੁਰਾਈ ਦਾ ਬੋਲ ਬਾਲਾ ਹੈ, ਜਿੱਥੇ ਪਾਪ ਦਾ ਬੋਲ ਬਾਲਾ ਹੈ, ਇਹਦੇ ਵਿੱਚ ਹੋਰ ਕੋਈ ਦੂਜਾ ਉਪਾਅ ਨਹੀਂ ਹੈ। ਕੀਰਤ ਕਰਿਓ ਦਹੇ ਕਰੋ ਰੇ। ਇਹ ਕੀਰਤ ਦਾ ਅਰਥ ਹੈ ਉਸਤਤ। ਅਕਾਲ ਪੁਰਖ ਦੀ ਉਸਤਤ ਕਰਦੇ ਹੋਏ ਰੱਬੀ ਬਾਣੀ ਦਾ ਕੀਰਤਨ ਜਿਹੜਾ ਕਰਦੇ ਸੁਣਦੇ ਆ ਉਹ ਕਰੋੜਾਂ ਹੀ ਕਰ ਗਏ ਤੇ ਅਗਾਂ ਕਰੋੜਾਂ ਨੇ ਤਰ ਜਾਣਾ ਹੈ। ਜਿਹੜੇ ਉਸ ਸੱਚੇ ਦੀ ਸਿਫਤ ਦੇ ਵਿੱਚ ਜੁੜਦੇ ਆ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕਰਸੋਂ ਛਟੀਆਂ ਦੁੱਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਦੀ ਕਟਿਆ। ਇਹ ਅੰਮ੍ਰਿਤਮਈ ਬਾਣੀ ਜਿਹੜੀ ਕੀਰਤਨ ਰੂਪ ਵਿੱਚ ਸੁਣਨੀ ਆ ਇਹ ਜਨਮਾਂ ਦੀ ਮਲ ਨੂੰ ਕੱਟ ਕੇ ਰੱਖ ਦਿੰਦੀ ਹੈ। ਤੇ ਜਿਹੜੇ ਅਸੀਂ ਦੁਨਿਆਵੀ ਗੀਤ ਸੁਣਦੇ ਆ ਉਹ ਤਾਂ ਸਗੋਂ ਸਾਡੇ ਮਨ ਨੂੰ ਬੇਕਾਰੀ ਕਰਦੇ ਆ। ਠੀਕ ਹੈ, ਚੰਗੀ ਗਾਇਕੀ ਵੀ ਦੁਨੀਆ ਵਿੱਚ ਹੈ ਜੋ ਚੰਗਾ ਸੁਨੇਹਾ ਸਾਨੂੰ ਦਿੰਦੀ ਹੈ, ਜਿਹੜੇ ਸਾਡੇ ਪਰਿਵਾਰ ਦੀਆਂ ਪੁੱਤਰਾਂ ਨੂੰ ਚੰਗਾ ਮੈਸੇਜ ਮਿਲਦਾ ਹੈ, ਪਰ ਉਹ ਬਹੁਤ ਘੱਟ ਨੇ। ਨਹੀਂ ਤੇ ਅੱਜ ਦੀ ਗਾਇਕੀ ਦਾ ਕੀ ਹਾਲ ਹੈ ਆਪਾਂ ਸਾਰੇ ਜਾਣਦੇ ਹਾਂ। ਗੁਰੂ ਸਾਹਿਬ ਕਿਰਪਾ ਕਰਨ। ਇਹਦੇ ਮਹਾਰਾਜ ਜੀ ਸਮਝਾਉਂਦੇ ਆ ਵੀ ਤੈਨੂੰ ਸੰਗੀਤ ਨਾਲ ਇੰਨੀ ਨਫ਼ਰਤ ਕਿਉਂ ਹੈ। ਜਿਹੜੇ ਸੰਗੀਤ ਦੇ ਆਧਾਰ ਤੇ ਅਸੀਂ ਗਾਇਆ ਹੈ ਉਹਦੇ ਨਾਲ ਤਾਂ ਜਨਮਾਂ ਦੀ ਮਲ ਕੱਟੀ ਜਾਂਦੀ ਹੈ ਔਰ ਕਈਆਂ ਦਾ ਉਧਾਰ ਹੋਇਆ ਤੇ ਜਿਹੜੇ ਅਗਾਂਹ ਜੁੜਨਗੇ ਉਹਨਾਂ ਦਾ ਉਧਾਰ ਹੋਵੇਗਾ। ਜਾਦੇ ਰਾਗ ਰੀਕ ਸਮਝੀਨੀ। ਇਸ ਲਈ ਮਹਾਰਾਜ ਕਹਿੰਦੇ ਇਹ ਦਸਤਗੀਰ ਪੀਰ ਅਸੀਂ ਰਾਗ ਦੇ ਆਧਾਰ ਤੇ ਉਸ ਕਰਤੇ ਦੀ ਖੁਦਾ ਦੀ ਰੱਬ ਦੀ ਉਸਤਤ ਕੀਤੀ ਹੈ। ਰਸੇ ਦ ਸਿਫਤ ਜਾਏ ਮਤ ਬੀਨੀ। ਜਿਨ੍ਹਾਂ ਦੀ ਮਤ ਪਰਮੇਸ਼ਵਰ ਦੇ ਨਾਮ ਰਸ ਵਿੱਚ ਭਿੱਜ ਜਾਂਦੀ ਹੈ। ਹੁਣ ਇਹ ਵੀ ਧਿਆਨ ਰੱਖਿਓ ਬਾਹਰੋਂ ਵਧੀਆ ਤੁਸੀਂ ਗਾ ਲੋਗੇ, ਸੁਰ ਤੇ ਤਾਲ ਦੇ ਵਿੱਚ ਵੀ ਗਾ ਲੋਗੇ, ਪਰ ਜੇ ਅੰਦਰ ਹੀ ਨਾ ਭਿੱਜਿਆ ਤੇ ਫਿਰ ਬਾਹਰ ਦੇ ਗਾਉਣ ਦਾ ਕੀ ਲਾਭ ਹੋਇਆ। ਕੋਈ ਗਾਵੇ ਰਾਗੀ ਨਾਦੀ ਵੇਦੀ ਬਹੁ ਭਾਂਤ ਕਰ ਨਹੀਂ ਹਰ ਭਿੱਜੈ ਰਾਮ ਅੰਦਰ ਭਿੱਜਿਆ ਹੀ ਨਹੀਂ ਤੇ ਬਾਹਰੋਂ ਅਸੀਂ ਬੜੇ ਸੋਹਣੇ ਢੰਗ ਨਾਲ ਗਾਇਆ। ਮਾਰੇ ਕਹਿੰਦੇ ਕੀ ਲਾਭ ਹੋਇਆ ਜੀ ਅੰਦਰ ਭਿੱਜਿਆ ਹੀ ਕੋਈ ਨਾ। ਬਰਸਾਤ ਹੋਈ ਤੇ ਜੇ ਬਰਸਾਤ ਵਿੱਚ ਭਿੱਜਿਆ ਹੀ ਕੋਈ ਨਹੀਂ ਤੇ ਫਿਰ ਉਸ ਬਰਸਾਤ ਦਾ ਕੀ ਲਾਭ ਹੈ। ਇਸ ਲਈ ਇੱਥੇ ਅਸੀਂ ਆਪਣੀ ਮਤ ਨੂੰ ਇਸ ਨਾਮ ਦੀ ਬਰਸਾਤ ਦੇ ਵਿੱਚ ਲਿਆ ਕੇ ਭਿਜਾਉਣਾ ਹੈ ਕਿ ਸਾਡੀ ਮਤ ਭਿੱਜ ਜਾਏ ਨਾਮ ਦੀ ਬਰਸਾਤ ਵਿੱਚ। ਸਾਹਿਬ ਕਹਿੰਦੇ ਜਿਹੜਾ ਅਸੀਂ ਗਾਇਆ ਹੈ ਰਸ ਹਿੱਤ ਇਹ ਤਾਂ ਮੈਨੇ ਰਸ ਲੈਣ ਦੀ ਖਾਤਰ ਸਿਫਤ ਜਾਏ ਮਤ ਵੀ ਨਹੀਂ। ਸਾਡੀ ਮਤ ਜਿਹੜਾ ਵੀ ਇਹਨੂੰ ਸੁਣੇਗਾ ਉਹਦੀ ਮਤ ਅੰਦਰੋਂ ਨਾਮ ਰਸ ਵਿੱਚ ਭਿੱਜ ਜਾਵੇ। ਕਹਿਓ ਜੋ ਤੁਮ ਚੰਚਲ ਮਤ ਕਰਹੀ। ਪਰ ਜਿਹੜੇ ਤੂੰ ਗੱਲ ਕਰਦਾ ਨਾ ਸੰਗੀਤ ਦੀ ਉਹਦੇ ਨਾਲ ਮਨ ਚੰਚਲ ਹੁੰਦਾ ਹੈ। ਵਿਸ਼ੇ ਵਿਖੇ ਮਨ ਕੋ ਸੰਚਰਹੀ। ਉਹ ਜਿਹੜਾ ਗਾਉਣਾ ਹੈ ਉਹ ਮਨ ਵਿੱਚ ਵਿਸ਼ੇ ਵਿਕਾਰ ਪੈਦਾ ਕਰਦਾ ਹੈ। ਉਹ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਕਾਰ ਪੈਦਾ ਹੁੰਦੇ ਹਨ। ਸੋ ਤੋ ਕਾਮ ਜੇ ਸਟਾ ਮਾਹੀ। ਔਰ ਕਈ ਗਾਇਕ ਤਾਂ ਇਸ ਤਰ੍ਹਾਂ ਗਾਉਂਦੇ ਆ ਕਿ ਉਹਨੂੰ ਸੁਣ ਕੇ ਕਾਮ ਚੇਸ਼ਟਾ ਅੰਦਰ ਲੱਗ ਜਾਂਦੀ ਹੈ। ਕਈ ਤਰ੍ਹਾਂ ਦੇ ਵਿਕਾਰ ਦੀਆਂ ਵਾਸ਼ਨਾਵਾਂ ਅੱਜ ਤੇ ਚਲੋ ਦੇਖੋ ਮਾਹੌਲ ਹੀ ਇਹਨਾਂ ਨੂੰ ਵਿਗੜ ਚੁੱਕਾ ਹੈ ਕਿ ਗਾਉਣ ਵਾਲੇ ਨੱਚਣ ਵਾਲਿਆਂ ਦੇ ਪਹਿਰਾਵੇ ਹੀ ਉਦਾਂ ਦੇ ਹੋ ਚੁੱਕੇ ਆ। ਨਾ ਪਤਾ ਲੱਗਦਾ ਵੀ ਗਾ ਕੀ ਰਹੇ ਨੇ ਸਮਝਾ ਕੀ ਰਹੇ ਨੇ, ਬਸ ਉਹ ਸਾਊਂਡ ਔਰ ਉਹ ਜਿਹੜਾ ਵੱਜ ਰਿਹਾ ਸੰਗੀਤ ਤੇ ਨੱਚਦੇ ਹੋਏ ਅੱਧ ਨਗਨ ਕਹਿ ਸਕਦੇ ਆ ਕਿ ਤਨ ਕੁਤੇ ਜੋ ਉਹਨਾਂ ਦੇ ਅੱਧ ਨਗਨ ਵਾਲੀ ਅਵਸਥਾ ਹੁੰਦੀ ਹੈ ਕਿ ਜਿਹੜੇ ਸੁਣਨ ਵਾਲੇ ਨੇ ਉਹਨਾਂ ਦਾ ਮਨ ਠਹਿਰਾਓ ਵਿੱਚ ਹੁੰਦਾ ਹੈ ਕਿ ਦੇਖਣ ਵਾਲਿਆਂ ਦਾ ਅੰਦਰ ਮਨ ਜਿਹੜਾ ਉਹ ਪਵਿੱਤਰ ਹੁੰਦਾ ਹੈ ਸ਼ੁੱਧ ਦਾ, ਜਾਂ ਉਹ ਬੋਲ ਉਸ ਦੇਖ ਕੇ ਮਨ ਦੀ ਸ਼ੁੱਧੀ ਕਰਨੀ ਹੁੰਦੀ ਹੈ। ਨਹੀਂ, ਮਨ ਸ਼ੁੱਧ ਨਹੀਂ ਹੁੰਦਾ, ਉਹਦੇ ਵਿੱਚ ਕਾਮ ਚੇਸ਼ਟਾ ਪੈਦਾ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਉਦੋਂ ਜ਼ਿਕਰ ਕੀਤਾ ਬਗਦਾਦ ਦੀ ਧਰਤੀ ਤੇ। ਸਾਹਿਬ ਜੀ ਕਹਿੰਦੇ ਨੇ ਸੋ ਤੈ ਕਾਮ ਚੇਸ਼ਟਾ ਮਾਹੀ। ਜਿਹੜਾ ਤੂੰ ਗੱਲ ਕਰਦਾ ਨਾ ਉਹਦੇ ਵਿੱਚ ਤਾਂ ਕਾਮ ਚੇਸ਼ਟਾ ਪੈਦਾ ਹੁੰਦੀ ਹੈ। ਕਰੇ ਸਰੋਧ ਸੇ ਨਰਕ ਸਿਧਾਹੀ। ਜਿਹੜੇ ਇਸ ਤਰ੍ਹਾਂ ਗਾਉਂਦੇ ਨੇ ਸੁਰ ਦੇ ਵਿੱਚ ਇਸ ਤਰ੍ਹਾਂ ਗਾਉਂਦੇ ਨੇ ਕਿ ਸੁਣਨ ਵਾਲੇ ਵਿੱਚ ਵੀ ਕਾਮ ਵਾਸ਼ਨਾ ਪੈਦਾ ਹੋਵੇ ਤੇ ਗਾਉਣ ਵਾਲੇ ਦੇ ਵਿੱਚ ਤਾਂ ਹੋਏਗੀ। ਫਿਰ ਇਹੋ ਜਿਹੇ ਲੋਕ ਨਰਕ ਸਿਧਾਹੀ ਨਰਕਾਂ ਦੇ ਭਾਗੀ ਬਣਦੇ ਆ। ਕਿਹੜੇ ਨਰਕ? ਕੋਈ ਵੱਖਰਾ ਆਸਮਾਨ ਤੇ ਨਰਕ ਨਹੀਂ ਬਣਿਆ ਹੋਇਆ ਜਿੱਥੇ ਲੋਕ ਜਾਂਦੇ ਆ। ਇੱਥੇ ਹੀ ਜਿਹੜੇ ਦੁੱਖ ਭੋਗਣੇ ਨੇ ਕਿ ਨਰਕ ਨੇ ਉਹ ਇੱਥੇ ਹੀ ਫਿਰ ਨਰਕਾਂ ਦੇ ਭਾਗੀ ਦੁੱਖਾਂ ਦੇ ਭਾਗੀ ਬਣਦੇ ਹਨ। ਅਬ ਦੂਸਰ ਉੱਤਰ ਸੁਣ ਕਾਨੇ। ਮਹਾਰਾਜ ਨੇ ਪਹਿਲੇ ਸਵਾਲ ਦਾ ਜਵਾਬ ਦਿੱਤਾ ਕਿ ਜਿਹੜਾ ਅਸੀਂ ਰਾਗ ਦੇ ਆਧਾਰ ਤੇ ਗਾਇਆ ਇਹ ਸੁਣਨ ਨਾਲ ਖੁਦਾ ਨਾਲ ਪ੍ਰੇਮ ਬਣਦਾ ਹੈ, ਰੱਬ ਦੇ ਨਾਲ ਪ੍ਰੇਮ ਬਣਦਾ ਹੈ, ਉਹਦੇ ਨਾਲ ਸੱਚੀ ਪ੍ਰੀਤ ਪੈਂਦੀ ਹੈ, ਮਨ ਦੀ ਵਾਸ਼ਨਾ ਖਤਮ ਹੁੰਦੀ ਹੈ, ਮਤ ਨਾਮ ਰਸ ਵਿੱਚ ਭਿੱਜ ਜਾਂਦੀ ਹੈ ਤੇ ਜਨਮਾਂ ਦੀ ਮਲ ਉਤਰ ਜਾਂਦੀ ਹੈ। ਇਸ ਲਈ ਜਿਹੜਾ ਅਸੀਂ ਗਾਇਆ ਉਹ ਮਾੜਾ ਨਹੀਂ ਗਾਇਆ, ਉਹ ਖੁਦਾ ਨਾਲ ਰੱਬ ਨਾਲ ਜੁੜਨ ਵਾਸਤੇ ਗਾਇਆ ਹੈ। ਮਹਾਰਾਜ ਜੀ ਕਹਿੰਦੇ ਕਿ ਹੁਣ ਅਬ ਦੂਸਰ ਉੱਤਰ ਸੁਣ ਕਾਨੇ ਇਹ ਦਸਤਗੀਰ। ਹੁਣ ਦੂਜਾ ਜਿਹੜਾ ਤੂੰ ਪੁੱਛਿਆ ਸੀ ਉਹਦਾ ਜਵਾਬ ਧਿਆਨ ਲਾ ਕੇ ਸੁਣਨਾ ਕਰ। ਚੌਦੇ ਤਬਕ ਕੁਰਾਨ ਬਖਾਨੇ। ਕਹਿੰਦੇ ਨੇ ਤੁਸੀਂ ਜਿਹੜਾ ਕੁਰਾਨ ਸ਼ਰੀਫ ਪੜ੍ਹਦੇ ਹੋ ਉਹਦੇ ਵਿੱਚ 14 ਤਬਕ 14 ਭਵਨ ਜਿਹੜੇ ਨੇ ਉਹਨਾਂ ਦਾ ਜ਼ਿਕਰ ਆਉਂਦਾ ਹੈ। ਜਿਸ ਕੋ ਕਰਨ ਹਾਰ ਹੈ ਜੋ ਜਿਨ੍ਹਾਂ ਨੇ ਇਹਦੀ ਰਚਨਾ ਕੀਤੀ ਹੈ, ਜੋ ਤੁਹਾਡੇ ਧਰਮ ਦੇ ਮੁਤਾਬਕ ਮੁਹੰਮਦ ਸਾਹਿਬ ਨੇ, ਜਿਨ੍ਹਾਂ ਨੇ ਖੁਦਾ ਦਾ ਪੈਗੰਬਰ ਨੂੰ ਪੈਗੰਬਰ ਕਦੋਂ ਕਿਹਾ? ਉਹ ਪੈਗੰਬਰ ਕਦੋਂ ਬਣੇ ਨੇ? ਜਦੋਂ ਖੁਦਾ ਦਾ ਪੈਗਾਮ ਉਹਨਾਂ ਦੇ ਰਾਹੀਂ ਦੁਨੀਆ ਨੂੰ ਮਿਲਿਆ ਤੇ ਦੁਨੀਆ ਨੇ ਆਖਿਆ ਮੁਹੰਮਦ ਸਾਹਿਬ ਅੱਜ ਤੁਸੀਂ ਨਹੀਂ ਬੋਲ ਰਹੇ, ਅੱਜ ਤੁਹਾਡੇ ਵਿੱਚ ਇਦਾਂ ਲੱਗਦਾ ਜਿਵੇਂ ਖੁਦਾ ਬੋਲ ਰਿਹਾ ਹੈ।
ਉਹ ਪੈਗਾਮ ਜਦੋਂ ਰਸਨਾ ਤੋਂ ਆਇਆ ਤੇ ਗੁਰੂ ਸਾਹਿਬ ਮਹਾਰਾਜ ਵੀ ਤਾਂ ਕਹਿੰਦੇ ਆ ਕਿ ਜੋ ਮੈਂ ਬੋਲ ਰਿਹਾ ਇਹ ਪੈਗਾਮ ਮੇਰਾ ਨਹੀਂ ਹੈ, ਇਹ ਉਸ ਖੁਦਾ ਦਾ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਇਹ ਖਸਮ ਦੀ ਬਾਣੀ ਹੈ ਜੋ ਮੈਂ ਪੈਗਾਮ ਮੈਸੇਜ ਤੁਹਾਡੇ ਤੱਕ ਗਾ ਕੇ ਪਹੁੰਚਾ ਰਿਹਾ। ਉਸ ਦਿਨ ਪੈਗੰਬਰ ਆਖਿਆ ਗਿਆ, ਕਹਿੰਦੇ ਨੇ ਜੋ ਇਹਨਾਂ ਦੇ ਰਚਤਾ ਹਨ, ਭਾਵ ਰਚਨਾ ਕਰਨ ਵਾਲੇ ਹਨ, ਤਾਕੋ ਜੋਤੇ ਕੀ ਸ਼ੁੱਧ ਹੋ। ਉਹਨਾਂ ਨੇ 14 ਭਵਨਾਂ ਦੀ ਸੁੱਧ ਲਈ, ਖਬਰ ਲਈ, ਉਹਨਾਂ ਨੂੰ 14 ਭਵਨਾਂ ਦਾ ਗਿਆਨ ਹੋਇਆ। ਕਈਆਂ ਨੂੰ 3 ਭਵਨਾਂ ਦਾ ਹੀ ਹੈ, ਉਹ ਕਹਿੰਦੇ ਆਸਮਾਨ, ਧਰਤੀ ਤੇ ਪਾਤਾਲ, ਬਸ 3 ਹੀ ਭਵਨ ਨੇ, ਇਸ ਤੋਂ ਅਗਾਂਹ ਹੈ ਹੀ ਕੁਛ ਨਹੀਂ। ਸਨਾਤਨ ਧਰਮ ਦੇ ਮੁਤਾਬਕ 3 ਭਵਨ ਨੇ, ਇਸਲਾਮ ਧਰਮ ਦੇ ਮੁਤਾਬਕ 14 ਨੇ, ਕਿ 7 ਆਕਾਸ਼ ਤੇ 7 ਪਾਤਾਲ। ਇਸ ਲਈ ਮਾਰੇ ਕਹਿੰਦੇ ਉਹਨਾਂ ਨੇ 14 ਤਬਕ 14 ਭਵਨਾਂ ਦੀ ਗੱਲ ਕੀਤੀ ਹੈ। ਲੱਖਣ ਕੀ ਸੁਧ ਜਿਨ ਕੋ ਹੋਈ, ਪਰ ਜਿਨ੍ਹਾਂ ਨੂੰ ਇਸ ਤੋਂ ਅੱਗੇ ਲੱਖਾਂ ਦੀ ਸੋਝੀ ਹੋ ਗਈ ਹੈ, ਤੇਤੀ ਭਲੇ ਨਾ ਝੂਠ ਬਗੋਈ। ਕਹਿੰਦੇ ਨੇ ਉਹਨਾਂ ਨੇ ਲੱਖਾਂ ਦੀ ਗੱਲ ਕੀਤੀ। ਗੱਲ ਜੋ ਤੁਸੀਂ ਕੁਰਾਨ ਸ਼ਰੀਫ ਵਿੱਚ ਪੜ੍ਹਿਆ ਉਹ ਵੀ ਸੱਚ ਹੈ। ਜਿਹੜੇ ਸਨਾਤਨ ਧਰਮ ਵਿੱਚ 3 ਭਵਨਾਂ ਦੀ ਗੱਲ ਕਰਦੇ ਆ ਉਹ ਵੀ ਸੱਚ ਹੈ, ਤੇ ਜਿਹਨਾਂ ਲੱਖਾਂ ਦੀ ਗੱਲ ਕੀਤੀ ਹੈ ਝੂਠ ਉਹ ਵੀ ਨਹੀਂ, ਸੱਚ ਉਹ ਵੀ ਹੈ। ਇਹ ਤਾਂ ਜਿੰਨੇ ਕੋਈ ਕਦਮ ਚੱਲੇਗਾ ਉਹਨੂੰ ਉਹਨਾਂ ਗਿਆਨ ਹੋ ਜਾਏਗਾ। ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ ਕਿ ਕਈ ਐਸੇ ਮੁਲਕ ਵਿੱਚ ਕਈ ਐਸੇ ਨਾਮ ਨੇ ਜਿਹੜੇ ਹਜੇ ਤੱਕ ਆਪਾਂ ਸੁਣੇ ਵੀ ਨਹੀਂ, ਪਰ ਜੇ ਮੈਂ ਉਹਨਾਂ ਦੇ ਨਾਮ ਨਹੀਂ ਸੁਣੇ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਮੁਲਕ ਨਹੀਂ ਹੈ, ਉਹ ਸ਼ਹਿਰ ਨਹੀਂ ਹੈ, ਉਸ ਨਾਮ ਦਾ ਕੋਈ ਸ਼ਹਿਰ ਨਹੀਂ ਹੈ। ਉਸ ਨਾਮ ਦੇ ਸ਼ਹਿਰ ਨੂੰ ਤੇ 200 ਸਾਲ ਹੋ ਗਏ। ਉਸ ਨਾਮ ਦੇ ਸ਼ਹਿਰ, ਜਿਹੜਾ ਨਾਮ ਦੇ ਸ਼ਹਿਰ ਵਸਦਾ ਹੈ ਉਹ ਤੇ ਹਜ਼ਾਰਾਂ ਸਾਲਾਂ ਤੋਂ, ਪਰ ਮੈਂ ਹੀ ਕਦੇ ਨਹੀਂ ਸੁਣਿਆ। ਜੇ ਮੈਂ ਨਹੀਂ ਸੁਣਿਆ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਨਾਮ ਹੋ ਹੀ ਨਹੀਂ ਸਕਦਾ। ਹਾਂ, ਜਿਹਨੇ ਸੁਣਿਆ ਉਹਨੇ ਆਖਿਆ ਵੀ ਹੈ, ਇਸ ਤਰ੍ਹਾਂ ਦਾ ਸ਼ਹਿਰ ਵੀ ਹੈ, ਨਾਮ ਵੀ ਹੈ, ਉੱਥੇ ਕੋਈ ਲੋਕ ਵਸਦੇ ਵੀ ਨੇ। ਇਸ ਲਈ ਮਾਰੇ ਨੇ ਆਖਿਆ ਸਾਰੇ ਹੀ ਸੱਚ ਨੇ। ਹੁਣ ਜਿਹੜਾ ਰਹਿੰਦਾ ਹੀ ਸਾਰੀ ਜ਼ਿੰਦਗੀ ਲੁਧਿਆਣੇ ਵਿੱਚ ਹੈ, ਉਹਨੂੰ ਬਾਹਰ ਕੀ ਪਤਾ ਕਿ ਲੁਧਿਆਣੇ ਤੋਂ ਬਾਹਰ ਕੀ ਕੁਝ ਵਸਦਾ ਰਹਿੰਦਾ ਹੈ। ਉਹਨੇ ਤਾਂ ਸਿਰਫ ਲੁਧਿਆਣੇ ਦੀ ਗੱਲ ਕਰਨੀ ਹੈ, ਕਿਉਂਕਿ ਉਹ ਸਾਰੀ ਜ਼ਿੰਦਗੀ ਰਿਹਾ ਹੀ ਇੱਥੇ ਆ। ਜਿਹੜਾ ਆਪਣੇ ਨਗਰ ਮਹੱਲੇ ਤੋਂ ਕਦੇ ਬਾਹਰ ਨਹੀਂ ਨਿਕਲਿਆ, ਉਹਨੂੰ ਕੀ ਪਤਾ ਦੂਸਰੇ ਤੀਸਰੇ ਮਹੱਲੇ ਵਿੱਚ ਕੀ ਬਣਿਆ, ਕੀ ਕੁਝ ਬਣਿਆ, ਕਿਹੜੇ ਲੋਕ ਰਹਿੰਦੇ ਆ। ਉਹ ਸਿਰਫ ਤੇ ਸਿਰਫ ਆਪਣੇ ਮਹੱਲੇ ਦੀ ਗੱਲ ਕਰੇਗਾ। ਜਿਵੇਂ ਮਸਕੀਨ ਜੀ ਕਹਿੰਦੇ ਹੁੰਦੇ ਸਨ ਕਿ ਸਮੁੰਦਰ ਵਿੱਚ ਜਾਣ ਵਾਲੇ 3 ਪ੍ਰਕਾਰ ਦੇ ਲੋਕ ਨੇ। ਇੱਕ ਦਰਿਆ ਸਮੁੰਦਰ ਦੇ ਕਿਨਾਰੇ ਤੇ ਖਲੋ ਕੇ ਕਹਿੰਦਾ ਸਮੁੰਦਰ ਬੜਾ ਵੱਡਾ ਹੈ, ਆ ਗਿਆ। ਦੂਜਾ ਸਮੁੰਦਰ ਵਿੱਚ 4 ਕਦਮ ਅੱਗੇ ਗਿਆ, ਉਹਨੇ ਆਖਿਆ ਸਮੁੰਦਰ ਬੜਾ ਵੱਡਾ ਹੈ। ਇੱਕ ਉਹ ਜਿਹੜਾ ਸਮੁੰਦਰ ਦੇ ਅੰਦਰ ਹੀ ਚਲਾ ਗਿਆ। ਹੁਣ ਜਿਹਨੇ ਸਮੁੰਦਰ ਦੇ ਕਿਨਾਰੇ ਤੇ ਖਲੋ ਕੇ ਵੇਖਿਆ ਉਹਨੂੰ ਉਹਨਾਂ ਨੂੰ ਨਜ਼ਰ ਆਇਆ, ਜਿਹੜਾ 4 ਕਦਮ ਅੱਗੇ ਗਿਆ ਉਹਨੂੰ ਉਹਨਾਂ ਨੂੰ ਨਜ਼ਰ ਆਇਆ, ਤੇ ਜਿਹੜਾ ਉਹਦੀ ਗਹਿਰਾਈ ਵਿੱਚ ਚਲਾ ਗਿਆ ਉਹਨੂੰ ਉਹਨਾਂ ਨਜ਼ਰ ਆਇਆ। ਪਰ ਤਿੰਨੇ ਹੀ ਸੱਚ ਨੇ, ਕਿਉਂਕਿ ਇੱਕ ਕਿਨਾਰੇ ਤੇ ਖਲੋਤਾ ਸੀ, ਇੱਕ 4 ਕਦਮ ਅੱਗੇ ਚਲਾ ਗਿਆ, ਇੱਕ ਉਹਦੀ ਗਹਿਰਾਈ 'ਚ ਚਲਾ ਗਿਆ। ਤੇ ਜਿੰਨਾ ਗਿਆਨ ਹੋਇਆ ਉਹਨੇ ਦੱਸ ਦਿੱਤਾ, ਪਰ ਤਿੰਨੇ ਦੇ ਤਿੰਨੇ ਹੀ ਸੱਚ ਬੋਲਦੇ ਨੇ, ਝੂਠ ਕੋਈ ਵੀ ਨਹੀਂ ਬੋਲਦਾ। ਗੁਰਬਾਣੀ ਵਿੱਚ ਵੀ ਬੜਾ ਖਜ਼ਾਨਾ ਭਰਿਆ ਪਿਆ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿੰਨਾ ਪਹਾੜਾਂ ਵਿੱਚ ਖਜ਼ਾਨਾ ਭਰਿਆ ਨਾ, ਜੰਗਲ ਵਿੱਚ ਖਜ਼ਾਨਾ ਭਰਿਆ। ਹੁਣ ਮੇਰੇ ਵਰਗਾ ਪਹਾੜ ਤੇ ਜਾਏਗਾ, ਪਹਾੜੀ ਦੱਸਣੇ ਆ, ਪਰ ਜੇ ਕੋਈ ਖੋਜੀ ਜਾਏਗਾ ਤੇ ਉਹ ਪਹਾੜਾਂ ਵਿੱਚੋਂ ਵੀ ਬੜਾ ਕੁਝ ਕੱਢ ਕੇ ਲਿਆਏਗਾ। ਹੁਣ ਮੇਰੇ ਵਰਗਾ ਜੰਗਲ 'ਚ ਜਾਏਗਾ ਤੇ ਲੱਕੜਾਂ ਰੁੱਖ ਤਰ੍ਹਾਂ ਦੇ ਦਿਸਣੇ ਆ, ਪਰ ਜੇ ਕੋਈ ਖੋਜੀ ਜਾਏਗਾ ਤੇ ਉਹ ਜੰਗਲ ਵਿੱਚੋਂ ਵੀ ਬੜਾ ਕੁਝ ਕੱਢ ਲਿਆਉਂਦਾ ਹੈ। ਕਹਿੰਦੇ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਖੋਜਈ ਸੋਈ ਨਿਭ ਜਾਵਈ। ਜਿਹੜਾ ਗਹਿਰਾਈ ਵਿੱਚ ਉਤਰਦਾ ਜਾਏਗਾ, ਜਿਹੜਾ ਬਰੀਕੀ ਵਿੱਚ ਉਤਰਦਾ ਜਾਏਗਾ, ਉਹ ਗੁਰਬਾਣੀ ਵਿੱਚੋਂ ਖਜ਼ਾਨਾ ਕੱਢ ਲਿਆਏਗਾ। ਹੁਣ ਇੱਕ ਆਇਆ ਜਿਹੜਾ ਮੱਥਾ ਟੇਕਿਆ ਚਲਾ ਗਿਆ, ਉਹਨੂੰ ਪੁੱਛਿਆ ਗੁਰੂ ਗ੍ਰੰਥ ਸਾਹਿਬ ਕਿਦਾਂ, ਉਹ ਕਹਿੰਦੇ ਬੜਾ ਸੋਹਣਾ ਰੁਮਾਲਾ ਸਾਹਿਬ ਲੱਗਾ ਸੀ, ਪੀੜਾ ਸਾਹਿਬ ਬੜਾ ਸੋਹਣਾ ਸੀ, ਚੌਰ ਸਾਹਿਬ ਹੋ ਰਿਹਾ ਸੀ, ਉਹਨੂੰ ਤੇ ਉਹ ਨਹੀਂ ਸਮਝ ਆਇਆ। ਪਰ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਇੱਕ ਸ਼ਬਦ ਨੂੰ ਕਮਾਇਆ, ਉਹਨੂੰ ਪਤਾ ਲੱਗਾ ਵੀ ਗੁਰਬਾਣੀ ਵਿੱਚ ਤੇ ਖਜ਼ਾਨਾ ਹੀ ਬੜਾ ਭਰਿਆ ਪਿਆ। ਇੱਕ ਨੇ ਕੇਵਲ ਰੁਮਾਲਾ ਸਾਹਿਬ ਦੇਖਿਆ, ਉਹਨੇ ਆਖਿਆ ਗੁਰੂ ਬੜਾ ਸੁੰਦਰ ਹੈ, ਤਾਂ ਇੱਕ ਨੇ ਗੁਰਬਾਣੀ ਪੜ੍ਹੀ ਤਾਂ ਪਤਾ ਲੱਗਾ ਉਹ ਤੇ ਅਤੀ ਸੁੰਦਰ ਹੈ। ਪਰ ਦੋਵੇਂ ਹੀ ਸੱਚ ਕਹਿ ਰਹੇ ਨੇ, ਕਿਉਂਕਿ ਇੱਕ ਉੱਥੇ ਤੱਕ ਸੀਮਤ ਰਹਿ ਗਿਆ, ਇੱਕ 4 ਕਦਮ ਅੱਗੇ ਚਲਾ ਗਿਆ। ਗੁਰੂ ਸਾਹਿਬ ਜੀ ਕਹਿੰਦੇ ਆ ਵੀ ਤੁਹਾਡਾ ਜਿਹੜਾ ਗਿਆਨ ਹੈ ਉਹ ਝੂਠਾ ਨਹੀਂ ਹੈ। ਮੈਂ ਤੁਹਾਨੂੰ ਨੀਵਾਂ ਦਿਖਾਉਣ ਲਈ ਨਹੀਂ ਗਾਇਆ, ਪਾਤਾਲਾਂ ਪਾਤਾਲ ਲੱਖ ਆਕਾਸ਼ਾਂ ਆਕਾਸ਼, ਇਹ ਤੁਹਾਨੂੰ ਝੂਠਾ ਸਾਬਤ ਕਰਨ ਲਈ ਨਹੀਂ ਗਾਇਆ। ਜੋ ਤੁਸੀਂ ਗਾਉਂਦੇ ਉਹ ਵੀ ਸੱਚ ਹੈ, ਤੇ ਜੋ ਮੈਂ ਗਾਇਆ ਉਹ ਵੀ ਬਿਲਕੁਲ ਸੱਚ ਹੈ। ਲੱਖਣ ਭਰੇ ਨਾ ਔਰਕ ਕੋਈ, ਲੱਖਾਂ ਹੀ ਪਾਤਾਲ ਨੇ ਜਿਹਦਾ ਔਰਕ ਹੀ ਕੋਈ ਨਹੀਂ ਹੈ, ਜਿਹਦਾ ਅੰਤ ਹੀ ਕੋਈ ਨਹੀਂ ਹੈ, ਜਿਹਨੂੰ ਲਿਖਿਆ ਹੀ ਨਹੀਂ ਜਾ ਸਕਦਾ। ਬੇਸ਼ੁਮਾਰ ਸਾਹਿਬ ਹੈ ਸੋਈ, ਕਿਉਂਕਿ ਜਿਹਨੇ ਇਹ ਬ੍ਰਹਿਮੰਡ ਬਣਾਇਆ ਨਾ ਉਹ ਬੇਸ਼ੁਮਾਰ, ਉਹਦਾ ਕੋਈ ਅੰਤ ਨਹੀਂ, ਉਹਦੇ ਗੁਣਾਂ ਦਾ ਅੰਤ ਨਹੀਂ। ਜਦੋਂ ਕੁਦਰਤ ਦੀ ਗੱਲ ਆਵੇ ਨਾ, ਜੇ ਰੋਜ਼ਾਨਾ ਆਪਾਂ ਪੜ੍ਹਦੇ ਹਾਂ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਕੁਦਰਤ ਨੂੰ ਸਾਜਣ ਵਾਲੇ ਦਾ ਅੰਤ ਨਹੀਂ ਲਖਿਆ, ਤੇ ਅਸੀਂ ਕੁਦਰਤ ਦਾ ਅੰਤ ਕਿੱਥੋਂ ਲੱਭ ਲਾਂਗੇ, ਜਾਣ ਲਾਂਗੇ। ਕੁਦਰਤ ਦਾ ਵੀ ਅੰਤ ਨਹੀਂ ਤੇ ਕਾਦਰ ਦਾ ਵੀ ਅੰਤ ਨਹੀਂ। ਮਹਾਰਾਜ ਜੀ ਕਹਿੰਦੇ ਉਹ ਬੇਸ਼ੁਮਾਰ ਹੈ, ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਦਸਤਗੀਰ ਸੁਣ ਸਾਜਣਾ ਮਾਨੀ, ਮੈਨੂੰ ਗੱਲ ਸਮਝ ਨਹੀਂ ਆਈ। ਪੀਰ ਦਸਤਗੀਰ ਹੰਕਾਰ ਨਾਲ ਭਰਿਆ ਸੀ ਨਾ, ਵੀ ਜੋ ਮੈਨੂੰ ਗਿਆਨ ਹੈ ਉਹ ਮੈਨੂੰ ਹੀ ਹੈ, ਕਿਸੇ ਹੋਰ ਨੂੰ ਹੋ ਹੀ ਨਹੀਂ ਸਕਦਾ। ਜੋ ਮੈਂ ਕਹਿ ਦਿੱਤਾ ਉਹੀ ਹੈ, ਹੋਰ ਕੋਈ ਗੱਲ ਕਵੇ ਤੇ ਉਹ ਮੈਨੂੰ ਬਰਦਾਸ਼ਤ ਨਹੀਂ ਹੋਣੀ, ਕਿਉਂਕਿ ਮੇਰੇ ਤੋਂ ਵੱਡੀ ਗੱਲ ਕੌਣ ਜੇ ਕਰੇਗਾ ਤੇ ਮੈਨੂੰ ਬੜੀ ਚੋਟ ਲੱਗਣੀ ਹੈ, ਕਿਉਂਕਿ ਹੰਕਾਰ ਭਰਿਆ ਗਿਆ। ਹੁਣ ਇਹਨੂੰ ਬੜੀ ਚੋਟ ਲੱਗੀ। ਪੀਰ ਦਸਤਗੀਰ ਗੁਰੂ ਨਾਨਕ ਜੀ ਦੀ ਗੱਲ ਨਾਲ ਸਹਿਮਤ ਨਾ ਹੋਇਆ। ਢੇਦ ਬਿਲੋਕਨ ਬੋਲਿਓ ਬਾਣੀ, ਉਸ ਵੇਲੇ ਪੀਰ ਦਸਤਗੀਰ ਆਖਣ ਲੱਗਾ, ਕਹੇ ਪਤੀਤ ਨਾ ਗਾਵੇ ਮੋਕੋ। ਕਹਿੰਦੇ ਤੁਹਾਡੇ ਇਹਨਾਂ ਬੋਲਾਂ ਤੇ ਮੈਨੂੰ ਵਿਸ਼ਵਾਸ ਨਹੀਂ ਹੈ। ਮੈਨੂੰ ਤੇ ਆਪਣੀ ਜਿਹੜਾ ਮੈਂ ਗ੍ਰੰਥ ਪੜ੍ਹਦਾ, ਜੋ ਸਾਡੇ ਮੁਰਸ਼ਿਦ ਨੇ ਸਾਨੂੰ ਕਿਹਾ, ਮੈਨੂੰ ਉਹਦੇ ਤੇ ਭਰੋਸਾ ਹੈ। ਮੈਂ ਤੁਹਾਡੀ ਗੱਲਾਂ ਤੇ ਭਰੋਸਾ ਕਿਉਂ ਕਰਾਂ? ਮੈਨੂੰ ਤੁਹਾਡੀ ਗੱਲ ਤੇ ਵਿਸ਼ਵਾਸ ਨਹੀਂ ਹੈ। ਦੇਵ ਦਿਖਾਏ ਜੇ ਹੈ ਸੁਧ ਤੋ ਕੋ, ਹਾਂ ਮੈਂ ਤੁਹਾਡੀ ਗੱਲ ਤੇ ਵਿਸ਼ਵਾਸ ਕਰ ਲਾਂਗਾ ਵੀ ਜੇ ਲੱਖਾਂ ਹੀ ਪਾਤਾਲ ਆਕਾਸ਼ ਨੇ ਤਾਂ ਫਿਰ ਮੈਨੂੰ ਦਿਖਾਓ। ਜੇ ਤੁਸੀਂ ਦਿਖਾ ਦਿਓਗੇ ਤਾਂ ਮੰਨ ਲਵਾਂਗਾ। ਸੋਤਾ ਮੇਰੇ ਕੋ ਸੰਗ ਲੈ ਜਾਵੋ, ਇਸ ਤਰ੍ਹਾਂ ਕਰੋ ਮੇਰੇ ਪੁੱਤਰ ਨੂੰ ਨਾਲ ਲੈ ਜਾਓ ਤੇ ਮੇਰੇ ਪੁੱਤਰ ਨੂੰ ਲੱਖਾਂ ਆਕਾਸ਼ ਪਾਤਾਲ ਦਿਖਾ ਕੇ ਲਿਆਓ। ਜੇ ਇਹ ਕਹਿ ਦੇਗਾ ਵੀ ਵਾਕਈ ਗੱਲ ਸਹੀ ਹੈ ਤੇ ਮੈਂ ਫਿਰ ਤੁਹਾਡੀ ਗੱਲ ਮੰਨ ਲਵਾਂਗਾ। ਜਿੱਤੀ ਪਹੁੰਚ ਹੈ ਜਿੱਤੇ ਦਿਖਾਵੋ, ਜਿੱਥੇ ਤੱਕ ਤੁਹਾਡੀ ਪਹੁੰਚ ਹੈ। ਹਲੇ ਹੰਕਾਰ ਦੀ ਪੱਟੀ ਹੈ ਨਾ, ਦਿਸਦਾ ਨਹੀਂ ਪਿਆ ਵੀ ਆਪ ਹੀ ਖੁਦਾ ਹੈ, ਬ੍ਰਹਮੰਡ ਨੂੰ ਰਚਣ ਵਾਲਾ। ਕਹਿੰਦਾ ਜਿੱਥੇ ਤੱਕ ਤੁਹਾਡੀ ਪਹੁੰਚ ਹੈ ਉੱਥੇ ਤੱਕ ਮੇਰੇ ਪੁੱਤਰ ਨੂੰ ਦਿਖਾ ਕੇ ਲਿਆਓ ਜੀ। ਸੁਣ ਕੇ ਤੇਜ ਨਾ ਸ਼੍ਰੀ ਜਗਨਾਥਾ, ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜਿਹੜੇ ਜਗਤ ਦੇ ਨਾਥ ਆਪ ਨੇ, ਜਿਹੜੇ ਜਗਤ ਦੇ ਈਸ਼ਵਰ ਆਪ ਨੇ, ਆਪ ਹੀ ਨਿਰੰਕਾਰ ਦਾ ਰੂਪ ਹਨ। ਦੇਖੋ ਗਇਓ ਹੱਥ ਮੈਂ ਹੱਥਾ, ਮਹਾਰਾਜ ਕਹਿੰਦੇ ਠੀਕ ਹੈ, ਲਿਆ ਪੁੱਤਰ ਆਪਣਾ ਬੁਲਾ ਆ ਗਿਆ। ਮਹਾਰਾਜ ਨੇ ਉਹਦੇ ਪੁੱਤਰ ਪੀਰ ਦਸਤਗੀਰ ਦੇ ਪੁੱਤਰ ਦਾ ਹੱਥ ਜਿਹੜਾ ਉਹ ਪਕੜ ਲਿਆ। ਕਹਿਓ ਕਿ ਲੋਚਨ ਮੁੰਦ ਹੋ ਦੋ, ਮਹਾਰਾਜ ਕਹਿੰਦੇ ਪੁੱਤਰ ਆਪਣੀਆਂ ਅੱਖਾਂ ਬੰਦ ਕਰ ਲੈ।
ਆਪਣੀਆਂ ਅੱਖਾਂ ਜਿਹੜੀਆਂ ਨੇ ਇਹਨੂੰ ਬੰਦ ਕਰ ਲੈ। ਚਾਹੇ ਜੋ ਦੇਖ ਲਿਓ ਅਬ ਸੋਈ। ਜਿਹੜਾ ਤੇਰੇ ਪਿਤਾ ਤੈਨੂੰ ਦਿਖਾਉਣਾ ਚਾਹੁੰਦੇ ਆ ਜਾਂ ਤੇਰੇ ਰਾਹੀਂ ਸਮਝਣਾ ਚਾਹੁੰਦੇ ਆ ਫਿਰ ਮੈਂ ਤੈਨੂੰ ਉਹ ਪੂਰਾ ਬ੍ਰਹਿਮੰਡ ਕਿਤੇ ਤੱਕ ਹੈ ਦਿਖਾ ਕੇ ਲਿਆਵਾਂ। ਇਹਦਾ ਭਾਵ ਕਿ ਉਹਦਾ ਅੰਤ ਕੋਈ ਨਹੀਂ ਹੈ, ਪਰ ਤੂੰ ਜਦੋਂ ਤੱਕ ਦੇਖਣਾ ਚਾਹੇਗਾ ਮੈਂ ਤੈਨੂੰ ਦਿਖਾਉਂਦਾ ਰਹਾਂਗਾ। ਸਾਹਿਬ ਕਹਿੰਦੇ ਮੈਂ ਤੈਨੂੰ ਆਕਾਸ਼ ਔਰ ਪਤਾਲ ਦਿਖਾ ਕੇ ਲਿਆਵਾਂ। ਮੁੰਦਰਿਤ ਨੈਣ ਕੀਏ ਦਿਨ ਜਾਵੀ। ਉਸੇ ਵੇਲੇ ਪੀਰ ਦੱਸ ਕੇ ਉਹਨੇ ਆਪਣੇ ਪੁੱਤਰ ਨੂੰ ਆਖਿਆ ਕਿ ਇਹ ਪਤਾਲਾਂ ਦੀ ਆਕਾਸ਼ਾਂ ਦੀ ਗੱਲ ਕਰਦੇ ਆ, ਦੇਖ ਤੈਨੂੰ ਦਿਖਾਉਂਦੇ ਆ ਕਿ ਨਹੀਂ ਇਹ ਸੱਚ ਬੋਲਦੇ ਆ ਕਿ ਝੂਠ ਹੈ। ਉਸੇ ਵੇਲੇ ਆਪਣੇ ਪਿਤਾ ਦੀ ਗੱਲ ਮੰਨ ਕੇ ਕਹਿੰਦੇ ਇਹਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਅਬਰ ਆਕਾਸ਼ ਦਿਖਾਇਓ ਤਬਹੀ। ਗੁਰੂ ਸਾਹਿਬ ਜੀ ਨੇ ਹੱਥ ਪਕੜ ਲਿਆ। ਧਿਆਨ ਰੱਖਿਓ ਇਹ ਕਿਸੇ ਆਮ ਇਨਸਾਨ ਨੇ ਹੱਥ ਨਹੀਂ ਪਕੜਿਆ, ਇਹ ਕਿਸੇ ਆਮ ਨੇ ਨਹੀਂ ਪਕੜਿਆ। ਜੇ ਆਪਾਂ ਸ਼ੰਕਾ ਕਰ ਲਈਏ ਅਸੀਂ ਤੇ ਅਰਦਾਸ ਕਰਦੇ ਹਾਂ ਮਹਾਰਾਜ ਸਾਨੂੰ ਇਹ ਵਿਕਾਰਾਂ ਦੇ ਖੂਹ ਵਿੱਚੋਂ ਕੱਢ, ਜਿਹੜਾ ਧਰਤੀ ਦੇ ਖੂਹ ਬਣਿਆ ਉਹਦੇ ਵਿੱਚੋਂ ਤਾਂ ਚਲੋ ਆਪਾਂ ਕੱਢ ਲਾਂਗੇ ਕਿਸੇ ਤਰੀਕੇ ਨਾਲ, ਪਰ ਜਿਹੜਾ ਵਿਕਾਰਾਂ ਦਾ ਖੂਹ ਹੈ ਉਹਦੇ ਵਿੱਚੋਂ ਕਿਵੇਂ ਕੱਢਾਂਗੇ? ਉਹਦੇ ਵਿੱਚੋਂ ਬਾਹਾਂ ਪਕੜ ਗੁਰ ਕਾਢਿਆ ਸੋਈ ਉਤਰਿਆ, ਔਰ ਉਹ ਗੁਰੂ ਹੀ ਬਾਹ ਦੇ ਕੇ ਅੱਗੇ ਪਕੜ ਕੇ ਕੱਢ ਸਕਦਾ ਹੈ, ਹੋਰ ਕੋਈ ਵੀ ਨਹੀਂ। ਇਸ ਲਈ ਇਹ ਹੱਥ ਬਾਬੇ ਨਾਨਕ ਦਾ ਹੈ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਹੱਥ ਹੈ, ਜੋ ਪੀਰ ਦੇ ਪੁੱਤਰ ਨੇ ਗੁਰੂ ਨਾਨਕ ਸਾਹਿਬ ਦਾ ਹੱਥ ਪਕੜਿਆ ਜਾਂ ਗੁਰੂ ਨਾਨਕ ਜੀ ਨੇ ਉਹਦੇ ਪੁੱਤਰ ਦਾ ਹੱਥ ਪਕੜਿਆ। ਜਦੋਂ ਹੀ ਅੱਖਾਂ ਮੀਟੀਆਂ ਮਹਾਰਾਜ ਕਹਿੰਦੇ ਕਹਿ ਸਤ ਕਰਤਾਰ। ਆਖਿਆ ਸਤ ਕਰਤਾਰ, ਬਸ ਸਤ ਕਰਤਾਰ ਕਹਿੰਦੇ ਆ ਸਬਰ ਸ਼ੁਰੂ ਹੋ ਗਿਆ। ਗੁਰੂ ਮਹਾਰਾਜ ਜੀ ਨੇ ਕਹਿੰਦੇ ਦਿਖਾਣਾ ਸ਼ੁਰੂ ਕਰ ਦਿੱਤਾ। ਕਿਤਕ ਦਿਵਸ ਤੇ ਬੀਜ ਵਿਹਾਰੇ। ਕਹਿੰਦੇ ਕਿੰਨੇ ਦਿਨ ਜਿਹੜੇ ਸੀ ਆਕਾਸ਼ ਵਿੱਚ ਹੀ ਵਿਚਰਦੇ ਰਹੇ। ਮੋਹਰ ਓਰਨਬ ਵਾਹੇ ਪਤਾਏ। ਕਹਿੰਦੇ ਨੇ ਅਗਾਂਹ ਤੋਂ ਅਗਾਂਹ, ਜਿਵੇਂ ਆ ਪਹਾੜਾਂ 'ਚ ਚਲੇ ਜਾਓ ਤੁਸੀਂ, ਜਦੋਂ ਪਹਾੜ ਸ਼ੁਰੂ ਹੁੰਦੇ ਆ ਨਾ ਉਦੋਂ ਨਹੀਂ ਪਤਾ ਲੱਗਦਾ। ਅਸੀਂ ਕਹਿੰਦੇ ਵੀ ਆਹ ਤਾਂ ਛੋਟੇ ਛੋਟੇ ਪਹਾੜ ਨੇ, ਪਰ ਜਿਵੇਂ ਜਿਵੇਂ ਅੰਦਰ ਜਾਂਦੇ ਜਾਓਗੇ ਇੱਕ ਪਹਾੜ ਖਤਮ ਦੂਜਾ ਸ਼ੁਰੂ, ਦੂਜਾ ਖਤਮ ਤੀਜਾ ਸ਼ੁਰੂ, ਤੀਜਾ ਖਤਮ ਚੌਥਾ ਸ਼ੁਰੂ, ਅੰਤ ਹੀ ਕੋਈ ਨਹੀਂ ਹੁੰਦਾ। ਅਸੀਂ ਕਹਿੰਦੇ ਮੁੱਕਦੇ ਹੀ ਕੋਈ ਨਹੀਂ ਪਏ। ਅਗਾਂਹ ਤੋਂ ਅਗਾਂਹ, ਅਗਾਂਹ ਤੋਂ ਅਗਾਂਹ ਗੁਰੂ ਸਾਹਿਬ ਮਹਾਰਾਜ ਨੇ ਆਕਾਸ਼ ਤੋਂ ਆਕਾਸ਼, ਆਕਾਸ਼ ਤੋਂ ਆਕਾਸ਼ ਅਗਾਂਹ ਦਿਖਾਉਣੇ ਸ਼ੁਰੂ ਕਰ ਦਿੱਤੇ। ਦੇਖੋ ਦੇਖ ਕਿਤਕ ਦਿਨ ਮਾਹੀ। ਕਈ ਦਿਨ ਕਹਿੰਦੇ ਇਸੇ ਤਰ੍ਹਾਂ ਲੱਗ ਗਏ ਹਨ। ਆਨ ਆਕਾਸ਼ ਵਿਖਾ ਪੁਰ ਜਾਹੀ। ਮਹਾਰਾਜ ਜੀ ਕਹਿੰਦੇ ਆਕਾਸ਼ ਦਿਖਾਉਂਦੇ ਦਿਖਾਉਂਦੇ ਫਿਰ ਉੱਥੇ ਆਕਾਸ਼ ਤੇ ਹੀ ਟਿਕਦੇ ਹਨ। ਜਿਸ ਵਿੱਚ ਸੋਭੋ ਬਰਖ ਬਿਤਾਏ। ਕਹਿੰਦੇ ਨੇ ਕਈ ਬਹੁਤ ਲੰਬੇਰਾ ਸਮਾਂ ਕਹਿ ਲੋ, ਕਿੰਨਾ ਇਹ ਨਹੀਂ ਕਹਿ ਸਕਦੇ ਆਪਾਂ, ਮਹੀਨੇ ਹੀ ਕਹਿ ਲੋ ਕਿ ਬਤੀਤ ਹੋ ਗਏ। ਲਾਖ ਆਕਾਸ਼ ਤਾਹੇ ਦਿਖਾਏ। ਕਈ ਆਕਾਸ਼ ਮਹਾਰਾਜ ਜੀ ਨੇ ਇਹਦੇ ਪੁੱਤਰ ਨੂੰ ਦਿਖਾ ਦਿੱਤੇ ਹਨ। ਮੋਹਰੋ ਗਏ ਪਤਾਲਣ ਮਾਹੀ। ਕਈ ਦਿਨ ਮਹਾਰਾਜ ਆਕਾਸ਼ ਵਿੱਚ ਹੀ ਘੁਮਾਉਂਦੇ ਰਹੇ, ਇੱਕ ਪਰਤ ਤੋਂ ਦੂਜੀ ਪਰਤ ਤੋਂ ਤੀਜੀ, ਅਗਾਂਹ ਤੋਂ ਅਗਾਂਹ ਚੱਲਦੇ ਰਹੇ। ਫਿਰ ਮਹਾਰਾਜ ਜੀ ਕਹਿੰਦੇ ਨੇ ਕਿੱਥੇ ਆਏ? ਪਤਾਲਨ ਮਾਹੀ। ਫਿਰ ਸਾਹਿਬ ਜੀ ਪਤਾਲ ਵੱਲ ਨੂੰ ਆਏ ਹਨ। ਇਤਨੇ ਏਕ ਦਿਖਾਵਾ ਕਾਹੀ। ਹੁਣ ਜਦੋਂ ਪਤਾਲ ਦਿਖਾਉਂਦੇ ਆ ਕਿ ਉੱਪਰੋਂ ਧਰਤੀ ਇੱਕੋ ਹੀ ਦਿਸਦੀ ਹੈ, ਪਰ ਉਦੋਂ ਜਦੋਂ ਪਤਾਲ ਦਿਖਾਉਂਦੇ ਆ ਤਾਂ ਕਿੰਨਾ ਹੀ ਪਤਾਲ ਨਜ਼ਰ ਆਉਂਦੇ ਹਨ। ਕਿਤਕ ਦਿਨ ਲੋ ਫਿਰ ਕਰ ਸਾਰੇ। ਤੇ ਕਈ ਦਿਨ ਪਤਾਲ ਵੇਖਦਿਆਂ ਲੱਗ ਗਏ ਹਨ। ਮੋਹਰੋ ਦੁਤੀਏ ਪਤਾਲ ਸਦਾਰੇ। ਇੱਕ ਦੇ ਕਈ ਦਿਨ ਲੰਘ ਗਏ, ਫਿਰ ਦੂਜੇ ਤੇ, ਫਿਰ ਦੂਜੇ ਪਤਾਲ ਨੂੰ ਦਿਖਾਉਂਦੇ ਆ, ਕਈ ਦਿਨ ਲੰਘ ਗਏ, ਫਿਰ ਤੀਜੇ ਤੇ, ਇਸ ਤਰ੍ਹਾਂ ਅੱਗੇ ਵਧਦੇ ਹਨ। ਸੋ ਨੀਕੀ ਬਿਦ ਦੀਨ ਦਿਖਾਈ। ਤੇ ਮਹਾਰਾਜ ਬੜੀ ਚੰਗੀ ਤਰ੍ਹਾਂ ਕਲੀਅਰ, ਯਾਨੀ ਕਿ ਧੁੰਦਲੇਪਨ ਵਿੱਚ ਬਿਲਕੁਲ ਸਾਫ਼ ਕਲੀਅਰ ਕਹਿੰਦੇ ਇਹਦੇ ਪੁੱਤਰ ਨੂੰ ਦਿਖਾ ਰਹੇ ਹਨ। ਉਹ ਨਤੀਜੇ ਮੈਂ ਗੇ ਜਗ ਸਾਈ। ਜਦੋਂ ਇੱਕ ਪਤਾਲ ਤੋਂ ਦੂਜਾ, ਦੂਜੇ ਤੋਂ ਤੀਜੇ ਪਤਾਲ ਵੱਲ ਆਏ ਹਨ। ਇਸ ਵਿਦ ਸੋਜੇ ਲਾਗ ਪਤਾਲਾ। ਇਸ ਤਰੀਕੇ ਦੇ ਨਾਲ ਕਵੀ ਜੀ ਕਹਿੰਦੇ ਨੇ ਮੈਂ ਇੱਕ ਇੱਕ ਦੀ ਗਿਣਤੀ ਕਰਨ ਲੱਗ ਜਾਂ ਤੇ ਲੱਖਾਂ ਪਤਾਲ ਦਾ ਜ਼ਿਕਰ ਕਰਨਾ ਪੈਣਾ ਹੈ। ਇਸ ਲਈ ਮੁਕਤੀ ਗੱਲ ਹੈ ਇਸ ਵਿਦ ਇਸ ਤਰੀਕੇ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਲੱਖ ਪਤਾਲ, ਲੱਖਾਂ ਹੀ ਪਤਾਲ ਦਿਖਾ ਦਿੱਤੇ। ਸਰਬ ਦਿਖਾਏ ਤਾਹੇ ਕਿਰਪਾਲਾ। ਕਿਰਪਾ ਦੇ ਮਾਲਕ ਹੁਣ ਦਿਖਾ ਕੌਣ ਰਿਹਾ? ਆਪ ਨਿਰੰਕਾਰ, ਜੋ ਨਾਨਕ ਜੀ ਦੇ ਰੂਪ ਵਿੱਚ ਪ੍ਰਗਟ ਹੋਇਆ, ਜਿਹਨੇ ਕੁਦਰਤ ਨੂੰ ਸਾਜਿਆ, ਬ੍ਰਹਿਮੰਡ ਨੂੰ ਸਾਜਿਆ, ਉਹ ਬ੍ਰਹਮ ਆਪ ਹੀ ਦਿਖਾ ਰਿਹਾ ਹੈ। ਕਹਿੰਦੇ ਇਸ ਤਰ੍ਹਾਂ ਆਕਾਸ਼ ਪਤਾਲ ਦਿਖਾਏ ਹਨ। ਮੋਹਤ ਭਰਕ ਲਗ ਕਾਲ ਬਿਤਾਇਓ। ਜਦੋਂ ਬਹੁਤ ਸਮਾਂ ਇਸੇ ਤਰ੍ਹਾਂ ਬਤੀਤ ਹੋ ਗਿਆ, ਵਿਚਰਤ ਪੀਰ ਤਤ ਉਗਲਾਇਓ। ਕਹਿੰਦੇ ਜਿਹੜਾ ਪੀਰ ਦਾ ਪੁੱਤਰ ਸੀ ਇਹ ਵਿਆਕਲ ਹੋ ਗਿਆ, ਇਹ ਪਰੇਸ਼ਾਨ ਹੋ ਗਿਆ, ਦੁਖੀ ਹੋ ਗਿਆ, ਕਹਿੰਦਾ ਹੱਦ ਹੋ ਗਈ, ਆਂਦੀ ਕੋਈ ਨਹੀਂ ਮਿਲਦਾ ਪਿਆ। ਪਤਾਲਾਂ ਤੋਂ ਅੱਗੇ ਪਤਾਲ, ਪਤਾਲਾਂ ਤੋਂ ਅੱਗੇ ਪਤਾਲ, ਆਕਾਸ਼ਾਂ ਤੋਂ ਅੱਗੇ ਮੈਂ ਤਾਂ ਦੇਖ ਕੇ ਹੀ ਥੱਕ ਗਿਆ, ਬਸ ਮੇਰੇ ਕੋਲ ਹੁਣ ਅੱਗੇ ਹੋਰ ਨਹੀਂ ਦੇਖਿਆ ਜਾਣਾ। ਕਹਿੰਦੇ ਇਹ ਪੀਰ ਦਾ ਪੁੱਤਰ ਉਸ ਵੇਲੇ ਵਿਆਕੁਲ ਹੋ ਗਿਆ। ਹਾਥ ਬੰਦ ਕੇ ਗੁਰੂ ਅਗਾਈ। ਹੱਥ ਜੋੜ ਲਏ ਨੇ। ਦੇਖੋ ਸਾਡੀ ਰਸਨਾ ਤੋਂ ਵਾਹ ਗੁਰੂ ਕਿਉਂ ਨਿਕਲਦਾ ਹੈ? ਕਿਉਂਕਿ ਇਹ ਉਹ ਗੁਰੂ ਹੈ ਜਿਹਨੇ ਤੁਹਾਡੇ ਅੰਦਰ ਦੇ ਜਨਮਾਂ ਜਨਮਾਂ ਦੇ ਹਨੇਰੇ ਨੂੰ ਕੱਢ ਕੇ ਰੱਖ ਦੇਣਾ ਹੈ। ਗੁਰੂ ਦਾ ਅਰਥ ਹੁੰਦਾ ਹਨੇਰਾ, ਰੂਹ ਦਾ ਅਰਥ ਹੁੰਦਾ ਪ੍ਰਕਾਸ਼। ਗੁਰੂ ਨੇ ਉਹ ਪ੍ਰਕਾਸ਼ ਕਰਨਾ ਹੈ ਜਦੋਂ ਅੱਖਾਂ ਖੁੱਲਣਗੀਆਂ ਤੇ ਨਿਕਲੇਗਾ ਵਾਹ ਗੁਰੂ ਵਾਹ। ਕੈਸੇ ਕੈਸੇ ਰਹਿਮਤਾਂ ਤੁਸੀਂ ਵਰਤਾ ਕੇ ਮੇਰੀਆਂ ਅੱਖਾਂ ਖੋਲ ਕੇ ਇਹ ਕੁਦਰਤ ਦਿਖਾਈ ਹੈ। ਮੈਂ ਤੇ ਕਦੇ ਸੋਚਿਆ ਨਹੀਂ ਸੀ ਕਿ ਕੁਦਰਤ ਇਦਾਂ ਦੀ ਨਹੀਂ ਹੁੰਦੀ ਹੈ। ਉੱਥੇ ਫਿਰ ਵਾਹਿਗੁਰੂ ਨਿਕਲਦਾ, ਇਹਦੇ ਹੱਥ ਜੁੜ ਗਏ, ਹੱਥ ਜੋੜ ਕੇ ਆਖਣ ਲੱਗਾ ਹੋਏ ਅਧੀਨ ਉਹ ਬਿਨਾ ਗੁਜ਼ਾਰੀ। ਦੀਨ ਹੋ ਗਿਆ, ਨਿਮਾਣਾ ਜਾ ਹੋ ਕੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ। ਅੰਤਨਾ ਆਵਦ ਗੈੜ ਪਤਾਲਾ। ਮੈਂ ਲੱਗਾ ਵੀ ਨਾਨਕ ਜੀ ਨੂੰ ਵੀਰ ਜੀ ਆ ਜਿਹੜੇ ਮੈਨੂੰ ਪਤਾਲ ਦਿਖਾ ਰਹੇ ਹੋ ਇਹਦਾ ਤੇ ਅੰਤ ਹੀ ਕੋਈ ਨਹੀਂ ਹੁੰਦਾ ਪਿਆ। ਇੱਕ ਤੋਂ ਅੱਗੇ ਇੱਕ, ਅਗਾਂਹ ਤੋਂ ਅੱਗੇ ਅਗਾਂਹ, ਕੋਈ ਇਹਦਾ ਅੰਤ ਦਿਖਾਈ ਨਹੀਂ ਦੇ ਰਿਹਾ। ਵਿਜਰਤ ਜੀਤ ਕੇ ਹੋ ਜੇ ਕਾਲਾ। ਇਹਨਾਂ ਵਿੱਚ ਵਿਚਰਦਿਆਂ ਕਿੰਨਾ ਲੰਮਾ ਸਮਾਂ ਬਤੀਤ ਹੋ ਗਿਆ ਹੋਵੇਗਾ। ਚਲਿਓ ਆਪਣੇ ਅਬਗਤ ਤਾਨਾ। ਬਸ ਮੇਰੇ ਤੇ ਇੱਕ ਕਿਰਪਾ ਕਰ ਦਿਓ, ਮੈਂ ਹੋਰ ਅੱਗੇ ਨਹੀਂ ਜਾਣਾ। ਮੈਂ ਇੱਥੋਂ ਹੀ ਵਾਪਸ ਆਪਣੇ ਬਗਦਾਦ ਦੀ ਧਰਤੀ ਤੇ ਆਪਣੇ ਆਪਣੇ ਪਿਤਾ ਕੋਲ ਵਾਪਸ ਜਾਣਾ ਚਾਹੁੰਦਾ। ਇਹਦਾ ਅੰਤ ਕੋਈ ਨਹੀਂ ਪੈ ਰਿਹਾ, ਹੁਣ ਮੈਂ ਹੋਰ ਅੱਗੇ ਨਹੀਂ ਜਾਣਾ। ਤੁਮ ਕਦਾਏ ਹੋ ਲਖਿਓ ਨਾ ਆਨਾ। ਮੇਰੇ ਪਿਤਾ ਨੇ ਤੁਹਾਨੂੰ ਸਮਝਿਆ ਹੀ ਨਹੀਂ ਹੈ, ਪਰ ਮੈਂ ਸਮਝ ਲਿਆ ਕਿ ਤੂੰ ਖੁਦਾ ਹੈ। ਤੁਸੀਂ ਖੁਦਾ ਹੋ, ਤੁਸੀਂ ਆਪ ਹੀ ਰੱਬ ਹੋ। ਤੇ ਰੱਬ ਖੁਦਾ ਜਿਹੜਾ ਮੈਨੂੰ ਬ੍ਰਹਿਮੰਡ ਦਿਖਾਣ ਤੁਰਿਆ, ਮੇਰੇ ਤੁਹਾਡੇ ਅੱਗੇ ਦੋਏ ਹੱਥ ਜੋੜ ਕੇ ਬੇਨਤੀ ਹੈ, ਮੇਰੇ ਤੇ ਇੱਕ ਕਿਰਪਾ ਕਰ ਦਿਓ। ਜਿੱਥੋਂ ਲੈ ਕੇ ਆਇਓ ਵਾਪਸ ਮੈਨੂੰ ਉੱਥੇ ਹੀ ਲੈ ਚੱਲੋ ਜੀ। ਸੁਣ ਕੇ ਸ੍ਰੀ ਗੁਰੂ ਗਿਰਾ ਗੁਜਾਰੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇਸ ਪੀਰ ਦੇ ਪੁੱਤਰ ਕੋਲੋਂ ਇਹ ਬੋਲ ਸੁਣੇ, ਅੱਗੋਂ ਫਿਰ ਮਹਾਰਾਜ ਜੀ ਨੇ ਉਚਾਰਨ ਕੀਤਾ ਜੇ ਕਿਛ ਚਾਹੋ ਹੈ ਹਿਰਦੈ ਬਜਾਰੀ। ਮਹਾਰਾਜ ਹੱਸ ਕੇ ਮੁਸਕਰਾ ਕੇ ਕਹਿੰਦੇ ਪੁੱਤਰ ਦੇਖ ਲੈ ਜੇ ਹੋਰ ਚਾਹਤ ਹੈ ਦੇਖਣ ਦੀ। ਹਜੇ ਤਾਂ ਆਪਾਂ ਕੁਝ ਵੀ ਨਹੀਂ ਦੇਖਿਆ, ਹਜੇ ਤਾਂ ਇੱਕ ਹਿੱਸਾ ਵੀ ਪੂਰਾ ਨਹੀਂ ਹੋਇਆ, ਹਜੇ ਤੇ ਬੜੇ ਆਕਾਸ਼ ਪਤਾਲ ਵੇਖਣ ਨੂੰ ਪਏ ਨੇ। ਜੇ ਤੇਰੀ ਚਾਹਤ ਹੋਵੇ ਤੇ ਆਪਾਂ ਹੋਰ ਅਗਾਂਹ ਚੱਲ ਕੇ ਦੇਖ ਲੈਂਦੇ ਹਾਂ। ਦੇਖੋ ਹੋਰ ਆਕਾਸ਼ ਪਤਾਲਾ। ਹੋਰ ਆਕਾਸ਼ ਪਤਾਲ ਦੇਖੋ, ਹਜੇ ਤਾਂ ਕੁਝ ਵੀ ਨਹੀਂ ਦੇਖਿਆ ਹੈ, ਅੰਤ ਨਹੀਂ ਕਛ ਰਹੇ ਵਿਸ਼ਾਲਾ। ਕਿਉਂਕਿ ਇਹਦਾ ਅਖੀਰ ਨਹੀਂ ਮਿਲਣਾ ਕਿਤੇ।
ਇਹਦਾ ਕਿਤੇ ਵੀ ਐਂਡ ਨਹੀਂ ਹੈ, ਕਿਤੇ ਵੀ ਇਹਦਾ ਅਖੀਰ ਨਹੀਂ ਹੈ, ਕਿਤੇ ਵੀ ਇਹਦਾ ਅੰਤ ਨਹੀਂ ਹੈ। ਜੇਕਰ ਅਗਲਾਵਾ ਚਿਤ ਦੋਰਾ ਹਾਂ, ਜੇ ਤੇਰਾ ਮਨ ਅਕਲਾਣ ਲੱਗ ਪਿਆ, ਬਾਬੂ ਜੀ ਤੂੰ ਪਰੇਸ਼ਾਨ ਹੋ ਗਿਆ, ਦੁਖੀ ਹੋਣ ਲੱਗ ਪਿਆ, ਜੇ ਤੇਰਾ ਮਨ ਵਾਪਸ ਜਾਣ ਨੂੰ ਕਰਦਾ ਹੈ, ਚਲਿਓ ਜਗਤ ਹੈ ਆਪਣੇ ਟੋਰਾ ਚਲੋ ਫਿਰ ਤੈਨੂੰ ਵਾਪਸ ਜਿੱਥੋਂ ਲੈ ਕੇ ਆਇਆ ਉੱਥੇ ਲੈ ਚੱਲਦਾ ਹਾਂ। ਤਬ ਬਿਦ ਨਿਸ਼ਤਾ ਆਵੇ ਜੈਸੇ ਤੇਰੇ ਪਿਤਾ ਨੂੰ ਭਰੋਸਾ ਵੀ ਤਾਂ ਹੀ ਆਏਗਾ ਜਦੋਂ ਤੂੰ ਆਪਣੀ ਰਸਨਾ ਤੋਂ ਆਪ ਬੋਲ ਕੇ ਦੱਸੇਗਾ ਕਿ ਮੈਂ ਕੀ ਵੇਖ ਕੇ ਆਇਆ ਹਾਂ। ਤੇ ਜਦੋਂ ਤੂੰ ਆਪਣੇ ਪਿਤਾ ਨੂੰ ਦੱਸੇਗਾ ਫਿਰ ਉਹਨੂੰ ਜਿਹੜਾ ਨਿਸ਼ਠਾ ਹੋਏਗਾ, ਭਰੋਸਾ ਹੋਏਗਾ। ਹੁਣ ਗੁਰੂ ਨਾਨਕ ਸਾਹਿਬ ਇਸ ਪੀਰ ਦੇ ਪੁੱਤਰ ਦਸਤਗੀਰ ਦੇ ਪੁੱਤਰ ਨੂੰ ਵਾਪਸ ਕਿਵੇਂ ਲੈ ਕੇ ਆਉਂਦੇ ਆ, ਕਿਵੇਂ ਦਸਤਗੀਰ ਨੂੰ ਭਰੋਸਾ ਹੋਏਗਾ, ਕੀ ਵਾਰਤਾਲਾਪ ਹਜੇ ਹੋਰ ਹੋਣੀ ਹੈ ਬਗਦਾਦ ਦੀ ਧਰਤੀ ਤੇ। ਉਹ ਅਗਲੇ ਸਮੇਂ ਵਿੱਚ ਜਿਵੇਂ ਵੀ ਸਮਾਂ ਬਣੇਗਾ ਇਤਿਹਾਸ ਨੂੰ ਜਾਣਨ ਦਾ, ਸਮਝਣ ਦਾ ਯਤਨ ਕਰਾਂਗੇ। ਅੱਜ ਦੀ ਵਿਚਾਰ ਵਿੱਚ ਸਾਨੂੰ ਇਹੀ ਗੱਲ ਸਮਝ ਆਉਂਦੀ ਹੈ ਕਿ ਇਹ ਵਾਹਿਗੁਰੂ ਜੀ ਤੁਹਾਡੀ ਕੁਦਰਤ ਦਾ ਅੰਤ ਨਹੀਂ ਹੈ, ਅਸੀਂ ਤੁਹਾਡਾ ਅੰਤ ਕਿੱਥੋਂ ਪਾ ਲਾਂਗੇ। ਠੀਕ ਹੈ, ਕਈ ਕੋਸ਼ਿਸ਼ਾਂ ਕਰ ਰਹੇ ਨੇ, ਅੰਤ ਕਾਰਨ ਕੀਤੇ ਬਿਲ ਲਾਹੀਂ ਤੜਪਦੇ ਨੇ। ਮਹਾਰਾਜ ਜੀ ਤੁਹਾਡਾ ਅੰਤ ਨਾ ਕੋਈ ਪਾ ਸਕਿਆ ਤੇ ਨਾ ਕਿਸੇ ਨੇ ਪਾਉਣਾ ਹੈ। ਅੰਤ ਕਾਰਨ ਕੀਤੇ ਬਿਲ ਲਾਹੀਂ ਤਾਂ ਕਿ ਅੰਤ ਨਾ ਪਾਇਆ ਜਾਏ, ਇਹ ਅੰਤ ਨਾ ਜਾਣੇ ਕੋਈ ਬਹੁਤਾ ਕਰੀਏ ਬਹੁਤਾ ਹੋਏ। ਤੇਰੇ ਕਵਨ ਕਵਨ ਗੁਣ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਪੂਜ ਭਗਵਾਨਾ। ਕਰਕੇ ਸਾਰਾ ਕੁਝ ਸਮਝ ਕਿਦਾਂ ਆਏਗਾ, ਗੁਰੂ ਸਾਹਿਬ ਦੇ ਚਰਨਾਂ ਦੇ ਗੋਲੇ ਬਣ ਕੇ। ਇਸ ਲਈ ਇੱਥੇ ਆ ਕੇ ਅਰਦਾਸ ਕਰੀਏ ਕਿ ਮਾਲਕ ਜੀ ਤੁਹਾਡੇ ਦਰ ਤੇ ਆਏ ਹਾਂ, ਸਾਡੇ ਤੇ ਰਹਿਮਤ ਵਰਤਾ ਦਿਓ। ਅਸੀਂ ਅਪਾਰ ਜਿਹੜੇ ਗੁਣ ਨੇ ਉਹਨਾਂ ਵਿੱਚੋਂ ਦੀ ਦਿਨ ਰਾਤ ਗੁਣ ਗਾ ਕੇ ਜੀਵਨ ਸਫਲਾ ਕਰਨਾ ਚਾਹੁੰਦੇ ਹਾਂ, ਸਾਡੇ ਤੇ ਬਖਸ਼ਿਸ਼ ਕਰ ਦਿਓ। ਆਪਣਾ ਨਾਮ ਦੇਹ ਆਪਣਾ ਨਾਮ ਦੇਹ ਆਪਣਾ ਨਾਮ ਦਿਓ ਆਪਣਾ ਨਾਮ ਦਿਓ ਵਿਸਰਨਾ ਹੀ ਦਾਤਾਰ ਵਿਸਰਨਾ ਹੀ ਦਾਤਾਰ ਵਿਸਰਨਾ ਹੀ ਦਾਤਾਰ ਵਿਸਰਨਾ ਹੀ ਦਾਤਾਰ ਆਪਣਾ ਨਾਮ ਦਿਓ ਆਪਣਾ ਨਾਮ ਦਿਓ ਆਪਣਾ ਨਾਮ ਦਿਓ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਜਾਓਏ ਹੋ ਨਾਨਕ ਜਾਓਏ ਹੋ ਨਾਨਕ ਜਾਓਏ ਹੋ ਨਾਨਕ ਜਾਓਏ ਹੋ ਆਪਣਾ ਨਾਮ ਦਿਓ ਆਪਣਾ ਨਾਮ ਦਿਓ ਆਪਣਾ ਨਾਮ ਦਿਓ ਆਪਣਾ ਨਾਮ ਦਿਓ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਆਪ ਵੀ ਗੁਰੂ ਘਰ ਨਾਲ ਜੁੜੀਏ, ਹੋਰਾਂ ਨੂੰ ਵੀ ਜੋੜੀਏ, ਬਾਣੀ ਦੇ ਧਾਰਨੀ ਬਣੀਏ, ਅੰਮ੍ਰਿਤ ਵੇਲੇ ਨੂੰ ਸੰਭਾਲੀਏ ਤਾਂ ਕਿ ਲੋਕ ਸੁਖੀਏ, ਪਰਲੋਕ ਸੋਹਿਲੇ ਨਾਨਕ ਹਰ ਪ੍ਰਭ ਆਪੇ ਵੇਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।